A very good evening to all of you. ਅੱਜ ਅਸੀਂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 6th ਬਾਇਨੋਮੀਅਲ ਥਿਊਰਮ। ਮਾਸਟਰ ਕੈਡਰ ਮੈਥ ਅਤੇ ਸਾਇੰਸ ਦੇ ਅਸੀਂ 5 ਚੈਪਟਰ ਡਿਸਕਸ ਕਰ ਲਏ ਨੇ। ਪੰਜੇ ਚੈਪਟਰਾਂ ਦੇ ਵੀਡੀਓਜ਼ ਤੁਹਾਨੂੰ ਚੈਨਲ ਦੇ ਪਲੇਲਿਸਟ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਤੇ ਜੋ ਅਸਾਈਨਮੈਂਟਸ ਤੇ ਟੈਸਟ ਸੀਰੀਜ਼ ਹੈ ਉਹ ਮੈਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਟਾਈਮ ਟੂ ਟਾਈਮ ਜਿਹੜਾ ਸ਼ੇਅਰ ਕਰਦਾ ਰਹਿਣਾ। ਤਾਂ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੇਖਣ ਨੂੰ ਮਿਲ ਜਾਏਗਾ। ਗੱਲ ਕਰੀਏ ਸਭ ਤੋਂ ਪਹਿਲਾਂ ਇਸ ਚੈਪਟਰ ਦੀ, ਤਾਂ ਅਸੀਂ 9th ਕਲਾਸ ਤੋਂ ਸ਼ੁਰੂ ਕਰ ਦਿੰਦੇ ਹਾਂ ਪੋਲੀਨੋਮੀਅਲ ਬਾਰੇ ਪੜ੍ਹਨਾ। ਪੋਲੀਨੋਮੀਅਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਅਲਜੈਬਰਿਕ ਐਕਸਪ੍ਰੈਸ਼ਨਸ ਨੇ ਕੁਝ, ਜਿਸ ਤਰ੍ਹਾਂ x + y, x - y, x + y ਦਾ ਹੋਲ ਸਕੁਏਅਰ, x - y ਦਾ ਕਿਊਬ, 2x + 3, x ਸਕੁਏਅਰ + 2x + 3, x ਸਕੁਏਅਰ + y ਸਕੁਏਅਰ + 2 ਪਲੱਸ x। ਕੁਝ ਵੀ ਇਸ ਤਰ੍ਹਾਂ ਦੀਆਂ ਜੋ ਸਾਡੇ ਕੋਲ ਐਕਸਪ੍ਰੈਸ਼ਨਸ ਨੇ, ਅਸੀਂ ਇਹਨਾਂ ਨੂੰ ਅਲਜੈਬਰਿਕ ਐਕਸਪ੍ਰੈਸ਼ਨ ਕਹਿੰਦੇ ਹਾਂ। ਅਗਰ ਗੱਲ ਕਰੀਏ ਪੋਲੀਨੋਮੀਅਲ ਦੀ, ਤਾਂ ਪੋਲੀਨੋਮੀਅਲ ਵੀ ਇੱਕ ਖਾਸ ਤਰ੍ਹਾਂ ਦੀ ਸਾਡੇ ਕੋਲ ਪਰਟੀਕੂਲਰ ਕੇਸ ਹੁੰਦਾ ਸਾਡੇ ਕੋਲ ਅਲਜੈਬਰਿਕ ਐਕਸਪ੍ਰੈਸ਼ਨ ਦਾ। ਤਾਂ ਪੋਲੀਨੋਮੀਅਲ ਦਾ ਕੀ ਮਤਲਬ ਹੈ? ਪੋਲੀਨੋਮੀਅਲ ਦੇ ਵਿੱਚ ਪੋਲੀ ਸ਼ਬਦ ਹੈ ਜਿਹੜਾ ਉਹ ਰਿਪਰੈਜ਼ੈਂਟ ਕਰ ਰਿਹਾ ਮੈਨੀ ਨੂੰ। ਕਹਿਣ ਦਾ ਮਤਲਬ ਪੋਲੀ ਦਾ ਮਤਲਬ ਹੁੰਦਾ ਮੈਨੀ, ਨੋਮੀਅਲ ਦਾ ਮਤਲਬ ਹੁੰਦਾ ਟਰਮਸ। ਬਹੁਤ ਸਾਰੀਆਂ ਟਰਮਸ ਦਾ ਕੰਬੀਨੇਸ਼ਨ ਜਿਸ ਦੇ ਵਿੱਚ ਉਹਨਾਂ ਨੂੰ ਕਨੈਕਟ ਕੀਤਾ ਜਾਂਦਾ ਹੈ ਅਲਜੈਬਰਿਕ ਸਾਡੇ ਕੋਲ ਜੋ ਓਪਰੇਸ਼ਨਸ ਨੇ ਉਹਨਾਂ ਦੇ ਨਾਲ, ਤਾਂ ਅਸੀਂ ਉਹਨੂੰ ਕੀ ਬੋਲਦੇ ਹਾਂ? ਪੋਲੀਨੋਮੀਅਲ। ਪਰ ਪੋਲੀਨੋਮੀਅਲ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਜੋ ਸਾਡਾ ਐਕਸਪੋਨੈਂਟ ਹੁੰਦਾ ਹੈ, ਪਾਵਰ ਹੁੰਦੀ ਹੈ ਐਕਸਪ੍ਰੈਸ਼ਨ ਦੀ। ਕਹਿਣ ਦਾ ਮਤਲਬ ਹੁਣ ਸਾਡੇ ਕੋਲ ਇੱਕ ਤਰ੍ਹਾਂ ਦਾ ਐਕਸਪ੍ਰੈਸ਼ਨ ਹੈ x² + 1/x। ਅਗਰ ਸਾਡੇ ਕੋਲ ਮੰਨ ਲਓ ਇਹ ਐਕਸਪ੍ਰੈਸ਼ਨ ਹੈ, ਇਹ ਅਲਜੈਬਰਿਕ ਐਕਸਪ੍ਰੈਸ਼ਨ ਹੈ, ਤਾਂ ਅਸੀਂ ਇਹਨੂੰ ਪੋਲੀਨੋਮੀਅਲ ਨਹੀਂ ਕਹਾਂਗੇ, ਕਿਉਂਕਿ ਇਹਦੇ ਵਿੱਚ ਜਿਹੜੀ ਐਕਸਪੋਨੈਂਟ ਦੀ ਪਾਵਰ ਹੈ ਉਹ ਆਪਣੇ ਕੋਲ ਕੀ ਹੈ? ਇੰਟੀਜਰ ਆ ਜਾਂਦੀ ਹੈ, x ਦੀ ਪਾਵਰ -1 ਆ ਗਈ ਹੈ ਨਾ। ਜਦ ਕਿ ਸਾਨੂੰ ਪਤਾ ਹੈ ਪੋਲੀਨੋਮੀਅਲ ਦੇ ਵਿੱਚ ਐਕਸਪੋਨੈਂਟ ਦੀ ਜਿਹੜੀ ਪਾਵਰ ਹੈ ਉਹ ਕੀ ਹੋਣੀ ਚਾਹੀਦੀ ਹੈ? ਹੋਲ ਨੰਬਰ ਹੋਣੀ ਚਾਹੀਦੀ ਹੈ। ਤਾਂ ਇਸ ਚੀਜ਼ ਦਾ ਸਾਨੂੰ ਜਿਹੜਾ 9th ਕਲਾਸ ਤੋਂ ਸ਼ੁਰੂ ਹੋ ਜਾਂਦਾ ਸਾਰੀਆਂ ਗੱਲਾਂ ਦਾ, ਪੋਲੀਨੋਮੀਅਲ ਬਾਰੇ ਪੜ੍ਹਨਾ ਸਟਾਰਟ ਕਰਦੇ ਹਾਂ। ਪਰ ਇਸ ਚੈਪਟਰ ਦੇ ਵਿੱਚ ਸਾਡਾ ਜਿਹੜਾ ਖਾਸ ਧਿਆਨ ਰਹੇਗਾ ਉਹ ਰਹੇਗਾ ਬਾਇਨੋਮੀਅਲ ਦੇ ਵੱਲ। ਬਾਇਨੋਮੀਅਲ ਦੀ ਗੱਲ ਕਰੀਏ ਤਾਂ ਬਾਇਨੋਮੀਅਲ ਦਾ ਜੋ ਮਤਲਬ ਹੈ ਉਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਬਾਇਨੋਮੀਅਲ। ਬਾਈ ਮਤਲਬ 2 ਤੇ ਨੋਮੀਅਲ ਮਤਲਬ ਟਰਮਸ। ਜਿੱਥੇ ਸਾਡੇ ਕੋਲ ਦੋ ਟਰਮਸ ਦੀ ਗੱਲ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਕਨੈਕਟ ਕੀਤਾ ਜਾਂਦਾ ਹੈ ਅਲਜੈਬਰਿਕ ਆਪਰੇਸ਼ਨਸ ਦੇ ਨਾਲ, ਉੱਥੇ ਅਸੀਂ ਬੋਲਦੇ ਹਾਂ ਕਿ ਬਾਇਨੋਮੀਅਲ ਐਕਸਪ੍ਰੈਸ਼ਨ। ਹੁਣ ਅਸੀਂ ਇੰਟਰੋਡਕਸ਼ਨ ਦੇ ਵਿੱਚ ਵੀ ਮੈਂ ਇਹੀ ਗੱਲ ਲਿਖੀ ਹੋਈ ਹੈ ਕਿ ਬਾਇਨੋਮੀਅਲ ਐਕਸਪ੍ਰੈਸ਼ਨ ਜਾਂ ਫਿਰ ਬਾਇਨੋਮੀਅਲ ਸਾਡੇ ਕੋਲ ਕੀ ਹੈ? ਇਟ ਇਜ਼ ਐਨ ਐਲਜੈਬਰਿਕ ਐਕਸਪ੍ਰੈਸ਼ਨ ਕੰਟੇਨਸ 2 ਟਰਮਸ ਐਂਡ ਕਨੈਕਟਡ ਬਾਏ ਦਾ ਆਪਰੇਸ਼ਨਸ ਪੋਜ਼ਿਟਿਵ ਔਰ ਨੈਗੇਟਿਵ ਕਾਲਡ ਏ ਬਾਇਨੋਮੀਅਲ ਐਕਸਪ੍ਰੈਸ਼ਨ ਔਰ ਬਾਇਨੋਮੀਅਲ। ਐਗਜ਼ਾਮਪਲਸ ਵੀ ਮੈਂ ਜਿਹੜੀਆਂ ਤੁਹਾਨੂੰ ਇੱਥੇ ਦੇ ਰੱਖੀਆਂ ਨੇ। ਪਰ ਜਿਹੜੀ ਗੱਲ ਕਰੀਏ ਪੋਲੀਨੋਮੀਅਲ ਦੀ ਸ਼ਰਤ ਵਾਲੀ ਕਿ ਉਸ ਦੇ ਵਿੱਚ ਸਾਡੇ ਕੋਲ x ਦੀ ਪਾਵਰ ਜਾਂ ਫਿਰ ਐਕਸਪੋਨੈਂਟ ਦੀ ਗੱਲ ਕਰੀਏ ਉਹ ਆਪਣੇ ਕੋਲ ਕੀ ਹੋਣਾ ਚਾਹੀਦਾ? ਹੋਲ ਨੰਬਰ ਹੋਣਾ ਚਾਹੀਦਾ। ਲੇਕਿਨ ਬਾਇਨੋਮੀਅਲ ਦੇ ਵਿੱਚ ਸਾਡੇ ਕੋਲ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੀ ਸ਼ਰਤ ਲਾਗੂ ਜਿਹੜੀ ਨਹੀਂ ਹੁੰਦੀ। ਸਾਡੇ ਕੋਲ ਇਸ ਤਰ੍ਹਾਂ ਦੀ ਐਗਜ਼ਾਮਪਲਸ ਵੀ ਇੱਥੇ ਲਿਖੀਆਂ ਹੋਈਆਂ ਜਿਹਦੇ ਵਿੱਚ x ਦੀ ਪਾਵਰ ਸਾਡੇ ਕੋਲ ਕੀ ਆ ਰਹੀ ਹੈ? ਇੰਟੀਜਰ ਆ ਰਹੀ ਹੈ ਜਾਂ ਫਿਰ ਫਰੈਕਸ਼ਨਸ ਦੇ ਵਿੱਚ ਆ ਰਹੀ ਹੈ ਨਾ। ਲੇਕਿਨ ਪੋਲੀਨੋਮੀਅਲ ਦੇ ਵਿੱਚ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਪਰ ਅਸੀਂ ਫੋਕਸ ਜਿਹੜਾ ਪੂਰੇ ਦਾ ਪੂਰਾ ਉਹ ਬਾਇਨੋਮੀਅਲ ਦੇ ਉੱਪਰ ਹੀ ਇਸ ਚੈਪਟਰ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ ਇਸ ਚੈਪਟਰ ਦੇ ਵੱਲ। ਤਾਂ ਬਾਇਨੋਮੀਅਲ ਦੀ ਗੱਲ ਕਰੀਏ, ਬਾਇਨੋਮੀਅਲ ਐਕਸਪ੍ਰੈਸ਼ਨ ਦੀ ਗੱਲ ਕਰੀਏ, ਸਾਡੇ ਚੈਪਟਰ ਦਾ ਜਦ ਕਿ ਨਾਮ ਕੀ ਹੈ? ਬਾਇਨੋਮੀਅਲ ਥਿਊਰਮ। ਤਾਂ ਹਜੇ ਅਸੀਂ ਬਾਇਨੋਮੀਅਲ ਥਿਊਰਮ ਤਾਂ ਨਹੀਂ ਕਰ ਰਹੇ। ਬਾਇਨੋਮੀਅਲ ਥਿਊਰਮ ਜਿਹੜਾ ਅਸੀਂ ਨੈਕਸਟ ਸਲਾਈਡਸ ਦੇ ਵਿੱਚ ਪੜ੍ਹਾਂਗੇ, ਪਰ ਅਸੀਂ ਹਜੇ ਸਿਰਫ ਬਾਇਨੋਮੀਅਲ ਐਕਸਪ੍ਰੈਸ਼ਨ ਬਾਰੇ ਸਮਝ ਰਹੇ ਹਾਂ। ਹੁਣ ਕਹਿੰਦੇ ਸਾਡੇ ਕੋਲ ਮੰਨ ਲਓ x + y ਜਿਹੜਾ ਦੇ ਰੱਖਿਆ ਅਤੇ ਐਕਸਪ੍ਰੈਸ਼ਨ ਦੇ ਰੱਖਿਆ ਅਤੇ ਉਹਦੇ ਐਕਸਪੋਨੈਂਟਸ ਦੀ ਗੱਲ ਕਰਦੇ ਹਾਂ। ਕਹਿਣ ਦਾ ਮਤਲਬ x + y ਦੀ ਪਾਵਰਸ ਦੀ ਅਗਰ ਗੱਲ ਕਰੀਏ, ਉਸਨੂੰ ਕਿਸ ਤਰ੍ਹਾਂ ਅਸੀਂ ਐਕਸਪੈਂਡ ਕਰਾਂਗੇ। ਅਗਰ x + y ਦੀ ਪਾਵਰ 0 ਹੈ ਤਾਂ ਅਸੀਂ ਉਸਨੂੰ 1 ਲਿਖ ਸਕਦੇ ਹਾਂ। x + y ਦੀ ਪਾਵਰ ਅਗਰ 1 ਹੈ ਤਾਂ ਅਸੀਂ ਉਸਨੂੰ x + y ਲਿਖ ਸਕਦੇ ਹਾਂ। ਅਗਰ x + y ਦਾ ਸਕੁਏਅਰ ਪਤਾ ਕਰਨਾ ਹੈ ਤਾਂ ਅਸੀਂ ਕੀ ਕਰਾਂਗੇ? x + y ਨੂੰ 2 ਵਾਰ ਕੀ ਕਰ ਦਾਂਗੇ? ਮਲਟੀਪਲਾਈ ਕਰ ਦਾਂਗੇ। ਛੋਟੀ ਕਲਾਸਿਸ 'ਚ ਅਸੀਂ ਇਸੇ ਤਰ੍ਹਾਂ ਬੱਚਿਆਂ ਨੂੰ ਸਿਖਾਉਂਦੇ ਹਾਂ। ਉੱਥੇ ਕਿਉਂਕਿ ਜਦੋਂ ਆਈਡੈਂਟੀਟੀਜ਼ ਦਾ ਨਹੀਂ ਪਤਾ ਹੁੰਦਾ ਸਾਨੂੰ, ਤਾਂ ਅਸੀਂ ਕੀ ਕਰਦੇ ਹਾਂ? x + y ਦੇ ਹੋਲ ਸਕੁਏਅਰ ਨੂੰ ਕੀ ਲਿਖ ਦਿੰਦੇ ਹਾਂ? x + y, x + y। ਫਿਰ ਜਦੋਂ ਅਸੀਂ ਬ੍ਰੈਕਟ ਓਪਨ ਕਰਾਂਗੇ ਤਾਂ ਅਸੀਂ ਕੀ ਕਹਾਂਗੇ? ਸਾਡੇ ਕੋਲ ਇਸ ਐਕਸਪ੍ਰੈਸ਼ਨ ਦਾ ਰਿਜ਼ਲਟ ਆ ਜਾਊਗਾ। ਅਗਰ ਗੱਲ ਕਰ ਰਹੇ ਹਾਂ, ਹਜੇ ਅਸੀਂ ਬਾਇਨੋਮੀਅਲ ਥਿਊਰਮ ਨਹੀਂ ਅਪਲਾਈ ਕੀਤੀ, ਨਾ ਹੀ ਅਸੀਂ ਆਈਡੈਂਟੀਟੀਜ਼ ਦੀ ਗੱਲ ਕਰ ਰਹੇ ਹਾਂ। ਅਸੀਂ ਜਸਟ ਕੀ ਕਰ ਰਹੇ ਹਾਂ? ਓਪਨ ਕਰ ਰਹੇ ਹਾਂ ਬ੍ਰੈਕਟ ਨੂੰ ਜਦੋਂ ਅਸੀਂ ਪਾਵਰਸ ਦੀ ਗੱਲ ਕਰ ਰਹੇ ਹਾਂ x + y ਦੀ।
तो उस तो बाद अगर हायर पावर वाल जाते हैं एक्स प्लस वाई का होल क्यूब जो कि साढ़े कोल जिसनों असीं लिख सकते हैं एक्स प्लस वाई का होल स्केयर इंटू एक्स प्लस वाई क्योंकि सानू एक्स प्लस वाई होल स्केयर की वैल्यू पता है तो उन्होंने एक बार होर एक्स प्लस वाई नाल मल्टीप्लाई कर देंगे तो साढ़े कोल एक्स प्लस वाई की होल क्यूब की वैल्यू आ जूगी। सिमिलरली एक्स प्लस वाई की पावर अगर 4 सानू पता करने लई कह दें तो उन्होंने असीं लिख सकते हैं एक्स प्लस वाई की पावर क्यूब इंटू एक्स प्लस वाई तो एक्स प्लस वाई की पावर 5 वाल वधिए तो उन्होंने असीं फाइंड आउट कर सकते हैं एक्स प्लस वाई की क्यूब नूं मल्टीप्लाई करके एक्स प्लस वाई की स्केयर दे नाल। इस तरह असीं की करांगे सारियां जिहड़ियां एक्सपोनेंट्स ने एक्स प्लस वाई की एक्सप्रैशन दियां उन्होंने असीं फाइंड आउट कर सकते हैं। इत्थे मैं एक छोटी जी सुजैशन ऐड करनी चाहुंदा कि तुसीं घट्टो घट्ट एक्स प्लस वाई की पावर 5 की एक्सपेंशन तक याद कर लो ताकि तुहानूं अगे जाके कोई प्रॉब्लम ना आवे। बहुत यूजफुल होणगियां तुहाडे कोल सारियां एक्सपेंशनस तो इन्हां नूं जिहड़ा तुसीं एक्स प्लस वाई की 5 तक जिहड़ा याद कर लेना है। हुण इस तो बाद मैं अगे ऑबजरवेशन का कॉलम बनाया हुआ है। ऑबजरवेशन की ने ऑबजरवेशन यह है कि जो असी ये एक्सपेंशनस कीतियां ने ये एक्सपेंशनस तो साडे कोल कुछ पैटर्न मैथमैटिकल पैटर्न जिहड़ा सानू नज़र आता है वो एक ही है। देखो जदों असी एक्स प्लस वाई की स्केयर कीती सी तो साडे कोल एक्सपेंशन तो बाद की आया एक्सपैंड करके की आया इनू असी देखिया भी जिहड़ी नंबर ऑफ टर्म्स ने वो पावर तो की है एक ज़्यादा है। अगर गल करिए जदों साडे कोल एक्स प्लस वाई की पावर 2 है तो साडे कोल एक्सपेंशन तो बाद नंबर ऑफ टर्म्स कितनी आ रही ने 3 आ रही ने। अगर गल करिए एक्स प्लस वाई की क्यूब की तो वही एक्सपेंशनस तो बाद साडे कोल नंबर ऑफ टर्म्स कितनी आ रही ने 4 आ रही ने। इस तरह अगर पावर 4 है तो नंबर ऑफ टर्म्स कितनी ने 5, अगर पावर 5 है तो नंबर ऑफ टर्म्स कितनी ने 6 ने। तो इतों सानू एक गल पता लगी कि इन द एक्सपेंशन ऑफ रजी तुसी भी जरा नोट करते रहा करो अपने नोट्स बनाते रहा करो। इन द एक्सपेंशन ऑफ x प्लस वाई दी पावर n we have total n प्लस 1 नंबर ऑफ टर्म्स। ये असी फस्ट ऑबजरवेशन के थ्रू लिखा क्योंकि नंबर ऑफ टर्म्स की गल करिए तो असी अंदाजा नहीं लगा सकते सीगे पर असी जदों ऑबजर्व किया पैटर्न नूं तो साडे कोल पहली ऑबजरवेशन जिहड़ी सामने आउंदी है। अगर गल करिए एक होर ऑबजरवेशन की तो असी की ऑबजर्व किया कि जदों असी एक्स प्लस वाई दी एन एक्स प्लस वाई की पावर एन की एक्सपेंशन एन कुछ भी हो सकता साडे कोल 0 1 2 कुछ भी हो सकता है। एन अपने कोल की है होल नंबर है। इस टाइम के असी गल कर रहे हैं होल नंबर की है ना 0 तो शुरू होके। अगर गल करिए एक्स प्लस वाई की एन पावर की एक्सपेंशन की तो रजे उस केस के साडे कोल जिहड़ी एक्स की वैल्यू है एक्स की वैल्यू वो की अपने कोल लगातार डिक्रीज़ होंदी जा रही है। तो जे गल करिए अपने कोल वाई की वैल्यू की वो लगातार की हो रही है इनक्रीज़। इत्थे वाई कितना अपने कोल 0, इत्थे वाई कितना 1, इत्थे वाई कितना 2, इत्थे एक्स कितना 2, इत्थे एक्स कितना 1, इत्थे एक्स कितना अपने कोल 0। तो इस तरह असीं कह सकते हैं कि जिहड़ी साडे कोल एक्स प्लस वाई की पावर एन की एक्सपेंशन है ये एक्स की जिहड़ी पावर है वो कि अपने को लगातार डिक्रीज़ होंदी जा रही है। तो जे गल करिए वाई की पावर की वो अपने कोल की हो रही है लगातार इनक्रीज़ होंदी जा रही है। थर्ड जिहड़ी साडे कोल ऑबजरवेशन है वो की है जदों असी एक्सपेंशन करते हैं एक्स प्लस वाई की पावर एन की तो उस केस दे विच असी अगर ध्यान दईए तो साडे कोल जिहड़ी रजे पावर है एक्स की पावर तो वाई की पावर इन्हां दोनों का जिहड़ा सम है वो बराबर होगा एन दे। हुण तुसीं अगर एग्जाम्पल लईए एक्स प्लस वाई की पावर 5 की इस एक्सपेंशन की गल करिए तो ये अपने को एन की वैल्यू कितनी दे रखी है 5 दे रखी है। फिर जो असी एक्सपेंशन वाल ध्यान दईए तो साडे कोल जदों एक्स की पावर 5 सी तो इत्थे एक्स वाई की पावर कितनी है 0। तो तुसीं जदों दोनों पावर नूं ऐड करोगे तो 5 प्लस 0 कितना आ गया 5 जो कि बराबर की है एन दे। नैक्सट टर्म देखते हैं साडे कोल सैकेंड टर्म है साडे कोल 5 एक्स की 4 वाई की 1। इस केस दे विच भी अगर तुसीं एक्स ते वाई की पावर नूं सम करोगे तो अपने कोल किहदे बराबर आउंदा है एन के बराबर आउंदा है। थर्ड टर्म अपने कोल थर्ड टर्म दे विच तुसीं देखोगे कि साडे कोल एक्स की पावर कितनी है क्यूब तो वाई की पावर कितनी है स्केयर। तो जो तुसीं दोनों नूं ऐड करोगे तो अपने कोल बराबर किहदे आउंदी है एन की इक्वल वैल्यू आउंदी है। तो कहने का मतलब द वैल्यू ऑफ सम ऑफ पावर्स ऑफ एक्स एंड वाई इज इक्वल टू द एन। तो ये जिहड़ा अपने कोल थर्ड ऑबजरवेशन सीगी।
ਹੁਣ ਅਗਰ ਆਬਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਰਾਜੇ ਆਬਜ਼ਰਵੇਸ਼ਨ ਸਾਡੇ ਕੋਲ ਜਿਹੜੀ ਹੈ ਤਕਰੀਬਨ ਹਰ ਇੱਕ ਚੀਜ਼ ਦੀ ਆਬਜ਼ਰਵੇਸ਼ਨ ਹੋ ਚੁੱਕੀ ਸੀਗੀ ਵੀ ਜਿਹਦੀ ਹੈਲਪ ਦੇ ਨਾਲ ਅਸੀਂ ਕਿਸੇ ਵੀ ਹਾਇਰ ਪਾਵਰ ਦੀ ਐਕਸਪੈਂਸ਼ਨ ਨੂੰ ਜਿਹੜਾ ਹੈ ਲਿਖ ਸਕਦੇ ਸੀ। ਹੁਣ ਤੁਸੀਂ ਅਗਰ x + y ਦੀ ਪਾਵਰ 19 ਦੀ ਐਕਸਪੈਂਸ਼ਨ ਓਪਨ ਕਰਨੀ ਹੈ ਤਾਂ ਸਾਨੂੰ ਪਤਾ ਲੱਗ ਗਿਆ ਸੀ ਵੀ ਇਹਦੇ ਵਿੱਚ ਜਿਹੜੀ ਨੰਬਰ ਆਫ ਟਰਮਸ ਹੋਣਗੀਆਂ ਉਹ ਕਿੰਨੀਆਂ ਹੋਣਗੀਆਂ, ਟੋਟਲ 20 ਟਰਮਸ ਹੋਣਗੀਆਂ। ਠੀਕ ਹੈ ਜੀ। ਤੇ ਜਿਹੜੀ ਸਾਡੇ ਕੋਲ ਪਾਵਰ ਹੋਵੇਗੀ x ਦੀ ਉਹ ਸਭ ਤੋਂ ਪਹਿਲਾਂ ਕਿੱਥੋਂ ਸਟਾਰਟ ਹੋਵੇਗੀ 19 ਤੋਂ, ਫਿਰ x ਦੀ ਪਾਵਰ ਜਿਹੜੀ ਹੈ ਘਟਦੀ ਜਾਵੇਗੀ ਤੇ ਐਂਡ ਤੇ ਆ ਕੇ x ਦੀ ਪਾਵਰ ਕਿੰਨੀ ਹੋ ਜੂਗੀ 0 ਤੇ y ਦੀ ਪਾਵਰ 0 ਤੋਂ ਸ਼ੁਰੂ ਹੋ ਕੇ ਕਿੱਥੇ ਜਾਵੇਗੀ y ਦੀ ਪਾਵਰ n ਤੱਕ, ਕਹਿਣ ਦਾ ਮਤਲਬ 19 ਤੱਕ ਜਾਵੇਗੀ। ਠੀਕ ਹੈ ਜੀ। ਤੇ ਅਸੀਂ ਕਿਹਾ ਵੀ ਸਾਰਿਆਂ ਦੇ ਵਿੱਚ ਕੀ ਆ ਰਿਹਾ ਪਲੱਸ ਦਾ ਸਿੰਬਲ ਆ ਰਿਹਾ, ਇਹ ਵੀ ਅਸੀਂ ਆਬਜ਼ਰਵ ਕੀਤਾ ਜਦੋਂ ਅਸੀਂ x + y ਦੀ ਪਾਵਰ n ਨੂੰ ਐਕਸਪੈਂਡ ਕੀਤਾ ਸੀ। ਤੇ ਅਗਰ ਸਾਡੀ ਸੈਕਿੰਡ ਆਬਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਉਹਦੇ ਅਕੋਰਡਿੰਗ x ਤੇ y ਦੀ ਜਿਹੜੀ ਪਾਵਰ ਹੈ ਉਹਨਾਂ ਦੇ ਸਮ ਜਿਹੜਾ ਹੈ ਉਹ ਬਰਾਬਰ ਹੋਣਾ ਚਾਹੀਦਾ n ਦੇ, ਉਹ ਵੀ ਸਾਡੇ ਕੋਲ ਇੱਥੇ ਫੁੱਲਫਿਲ ਹੋ ਰਹੀ ਹੈ। ਤਾਂ ਤਿੰਨੇ ਆਬਜ਼ਰਵੇਸ਼ਨਸ ਤਾਂ ਸਾਡੇ ਕੋਲ ਫੁੱਲਫਿਲ ਹੋ ਰਹੀਆਂ ਨੇ, ਲੇਕਿਨ ਹੁਣ ਜਿਹੜੀ ਪ੍ਰੋਬਲਮ ਆ ਗਈ ਉਹ ਸਾਡੇ ਕੋਲ ਕੀ ਆ ਗਈ, ਦੋ ਪ੍ਰੋਬਲਮਸ ਇੱਥੇ ਸਾਡੇ ਕੋਲ ਦੇਖਣ ਨੂੰ ਮਿਲਦੀਆਂ ਨੇ ਜਿਹਨੂੰ ਮੈਂ ਡਰਾਬੈਕ ਦੇ ਵਿੱਚ ਕਾਊਂਟ ਕੀਤਾ ਹੈ। ਡਰਾਬੈਕਸ ਕੀ ਨੇ ਇਸ ਆਬਜ਼ਰਵੇਸ਼ਨ ਦੇ, ਤੇ ਇਸ ਆਬਜ਼ਰਵੇਸ਼ਨ ਤੋਂ ਸਾਨੂੰ ਕੀ ਜਿਹੜਾ ਪਤਾ ਨਹੀਂ ਲੱਗਿਆਗਾ, ਕੀ ਚੀਜ਼ ਜਿਹੜੀ ਹੈ ਮਿਸਿੰਗ ਹੈ। ਅਗਰ ਗੱਲ ਕਰੀਏ ਡਰਾਬੈਕਸ ਦੀ ਤਾਂ ਡਰਾਬੈਕਸ ਸਭ ਤੋਂ ਪਹਿਲਾਂ ਕੀ ਹੈ ਸਾਡੇ ਕੋਲ ਕਿ ਜੇ ਅਸੀਂ ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੋਵੇ ਟਰਮਸ ਦਾ, ਤਾਂ ਅਸੀਂ ਕੋਫੀਸ਼ੀਐਂਟ ਨੂੰ ਫਾਈਂਡ ਆਊਟ ਨਹੀਂ ਕਰ ਸਕਦੇ, ਜਾਂ ਫਿਰ ਕਹਿ ਸਕਦੇ ਹਾਂ ਵੀ ਆਬਜ਼ਰਵੇਸ਼ਨ ਦਾ ਕੋਈ ਵੀ ਸਾਡੇ ਕੋਲ ਪੈਟਰਨ ਨਹੀਂ ਹੈ ਜਿਹਦੇ ਨਾਲ ਅਸੀਂ ਕੋਫੀਸ਼ੀਐਂਟ ਨੂੰ ਜਿਹੜਾ ਫਾਈਂਡ ਆਊਟ ਕਰ ਸਕੀਏ। ਕਿਸ ਤਰ੍ਹਾਂ ਦੇਖਦੇ ਹਾਂ, ਅਗਰ ਸਭ ਤੋਂ ਪਹਿਲਾਂ ਅਸੀਂ ਐਕਸਪੈਂਸ਼ਨ ਦੇਖੀਏ x + y ਦੀ ਸਕੁਅਰ ਦੀ, ਤਾਂ ਇਹਦੇ ਵਿੱਚ ਅਸੀਂ ਕਿਹਾ ਵੀ ਸਾਡੇ ਕੋਲ ਜਿਹੜਾ ਹੈ ਪਹਿਲਾਂ 1 ਆ ਰਿਹਾ, ਫਿਰ 2 ਆ ਰਿਹਾ, ਫਿਰ 1 ਆ ਰਿਹਾ। ਅਗਰ ਦੇਖੀਏ ਅਸੀਂ x + y ਦੀ 3 ਦੀ ਐਕਸਪੈਂਸ਼ਨ ਦੀ, ਤਾਂ ਸਾਡੇ ਕੋਲ 1 ਆ ਰਿਹਾ, ਫਿਰ 3 ਆ ਰਿਹਾ, ਫਿਰ 3 ਆ ਰਿਹਾ, ਫਿਰ 1 ਆ ਰਿਹਾ। ਹੁਣ x + y ਦੀ ਹੋਲ ਸਕੁਅਰ ਤੇ x + y ਦੀ ਹੋਲ ਕਿਊਬ, ਇਹਨਾਂ ਦੋਨਾਂ ਐਕਸਪੈਂਸ਼ਨ ਤੋਂ ਸਾਨੂੰ ਇੱਕ ਚੀਜ਼ ਜਿਹੜੀ ਆ ਪਹਿਲਾਂ ਅੰਦਾਜ਼ਾ ਆਬਜ਼ਰਵੇਸ਼ਨ ਇਹ ਮਿਲੀ ਕਿ ਸਟਾਰਟਿੰਗ ਤੇ ਜਿਹੜਾ ਫਸਟ ਟਰਮ ਹੋਵੇਗੀ ਉਹ 1 ਹੋਵੇਗੀ ਤੇ ਲਾਸਟ ਟਰਮ ਜਿਹੜੀ ਆ ਉਹ ਵੀ 1 ਹੋਵੇਗੀ। ਇਹ ਸਾਨੂੰ ਐਕਸਪੈਂਸ਼ਨਸ ਦੇ ਵਿੱਚ ਦੇਖਣ ਨੂੰ ਮਿਲਿਆ, ਸਟਾਰਟਿੰਗ ਟਰਮ ਵੀ 1 ਹੋਵੇਗੀ, ਲਾਸਟ ਟਰਮ ਵੀ 1 ਹੋਵੇਗੀ। ਉਸ ਤੋਂ ਜਿਹੜੀਆਂ ਬਾਕੀ ਟਰਮਸ ਰਹਿ ਜਾਣਗੇ ਵਿੱਚ ਉਹ ਕੀ ਹੋਣਗੀਆਂ, ਉਹ ਬਰਾਬਰ ਹੋਣਗੀਆਂ, ਕੋਫੀਸ਼ੀਐਂਟ ਉਹਦੇ n ਦੇ ਬਰਾਬਰ ਹੋਣਗੇ। ਕਹਿੰਦਾ ਮਤਲਬ ਅਗਰ ਅਸੀਂ ਕਿਊਬ ਖੋਲ ਰਹੇ ਹਾਂ ਤਾਂ ਇੱਥੇ ਵੀ ਕਿਊਬ ਆਊਗਾ, 3 ਆਊਗਾ, ਇੱਥੇ ਵੀ 3 ਆਊਗਾ। ਅਗਰ ਅਸੀਂ ਸਕੁਅਰ ਖੋਲ ਰਹੇ ਹਾਂ n2 ਹੈ ਤਾਂ ਇੱਥੇ 2 ਆਊਗਾ, ਜੋ ਟਰਮ ਬਚ ਗਈ ਲਾਸਟ ਤੇ ਫਸਟ ਤੋਂ ਇਲਾਵਾ। ਲੇਕਿਨ ਜਦੋਂ ਅਸੀਂ ਐਕਸਪੈਂਸ਼ਨ ਓਪਨ ਕੀਤੀ x + y ਦੀ 4 ਦੀ, ਤਾਂ ਉੱਥੇ ਸਾਡਾ ਜਿਹੜਾ ਇਹ ਰੂਲ ਜਿਹੜਾ ਉਹ ਫੋਲੋ ਨਹੀਂ ਹੁੰਦਾ, ਇਹ ਆਬਜ਼ਰਵੇਸ਼ਨ ਜਿਹੜੀ ਉੱਥੇ ਸਾਡੀ ਫੋਲੋ ਨਹੀਂ ਹੁੰਦੀ। ਕਿਸ ਤਰ੍ਹਾਂ ਉਹ ਦੇਖਦੇ ਹਾਂ। ਹੁਣ ਜਦੋਂ ਅਸੀਂ x + y ਦੀ 4 ਐਕਸਪੈਂਸ਼ਨ ਓਪਨ ਕੀਤੀ ਤਾਂ ਸਾਡੇ ਕੋਲ ਫਸਟ ਟਰਮ 1 ਹੈ, ਲਾਸਟ ਟਰਮ 1 ਹੈ, ਤਾਂ ਇੱਥੇ ਸਾਡੀ ਇੱਕ ਤਾਂ ਆਬਜ਼ਰਵੇਸ਼ਨ ਫੁੱਲਫਿਲ ਹੋ ਗਈ ਜਿਹੜੀ ਅਸੀਂ ਲਾਸਟ ਵਾਲੀਆਂ x + y ਦੀ ਹੋਲ ਕਿਊਬ ਤੇ x + y ਦੀ ਹੋਲ ਸਕੁਅਰ ਵੇਲੇ ਕੀਤੀ ਸੀ। ਹੁਣ ਅਸੀਂ ਗੱਲ ਕਰੀਏ ਵੀ ਅਸੀਂ ਇੱਥੇ 4 ਹੈ ਤਾਂ ਸਾਡੇ ਕੋਲ ਬਾਕੀ ਸਾਰੀਆਂ ਟਰਮਸ ਦੇ ਵਿੱਚ ਵੀ 4 ਹੋਣਾ ਚਾਹੀਦਾ, ਜਿਵੇਂ ਕਿ ਸਾਡੇ ਕੋਲ ਲਾਸਟ ਵਾਲੀ ਆਬਜ਼ਰਵੇਸ਼ਨ ਦੇ ਵਿੱਚ ਸੀਗਾ 2 ਤੇ 3 ਵਾਲੀ ਪਾਵਰ ਦੇ ਵਿੱਚ। ਲੇਕਿਨ ਅਸੀਂ ਦੇਖਿਆ ਵੀ ਇੱਥੇ ਤਾਂ ਸਾਡੇ ਕੋਲ 6 ਆ ਰਿਹਾ, ਔਰ ਇਹ ਜਿਹੜੀ ਐਕਸਪੈਂਸ਼ਨ ਅਸੀਂ ਕੀਤੀ ਹੈ ਇਹ ਆਪਣੇ ਕੋਲ ਕੀ ਹੈ, ਪ੍ਰੈਕਟੀਕਲ ਇਨ ਦਾ ਸੈਂਸ ਵੀ ਅਸੀਂ ਜਿਹੜਾ ਇੱਥੇ ਉਹ ਸਿੰਪਲ ਮੈਥਡ ਯੂਜ਼ ਕੀਤਾ ਮਲਟੀਪਲੀਕੇਸ਼ਨ ਦਾ ਬ੍ਰੈਕਟ ਓਪਨ ਕਰਕੇ, ਤਾਂ ਇਹ ਤਾਂ ਬਿਲਕੁਲ ਸਹੀ ਐਕਸਪੈਂਸ਼ਨ ਹੈ, ਇਹ ਗਲਤ ਤਾਂ ਹੈ ਨਹੀਂ। ਤਾਂ ਇਹਦਾ ਮਤਲਬ 6 ਇੱਥੇ ਆ ਰਿਹਾ ਗਾ। ਹੁਣ ਸਾਡੇ ਕੋਲ ਜਿਹੜੀ ਆਬਜ਼ਰਵੇਸ਼ਨ ਸੀਗੀ ਕੋਫੀਸ਼ੀਐਂਟ ਵਾਲੀ ਉਹ ਇੱਥੇ ਫੁੱਲਫਿਲ ਨਹੀਂ ਹੁੰਦੀ। ਫਿਰ ਅਸੀਂ 5 ਦੀ ਪਾਵਰ ਦੀ ਵੀ ਗੱਲ ਕਰੀਏ ਤਾਂ ਅਸੀਂ ਜਦੋਂ 5 ਦੀ ਪਾਵਰ ਦੀ ਗੱਲ ਕਰਾਂਗੇ ਤਾਂ ਸਾਡੇ ਕੋਲ ਪਹਿਲੀ ਜਿਹੜੀ ਟਰਮ ਹੈ ਉਹਦਾ ਕੋਫੀਸ਼ੀਐਂਟ 1 ਤੇ ਲਾਸਟ ਜਿਹੜੀ ਟਰਮ ਹੈ ਉਹਦਾ ਕੋਫੀਸ਼ੀਐਂਟ 1 ਇਹ ਆ ਰਿਹਾ ਗਾ। ਫਿਰ ਅਸੀਂ ਕਿਹਾ ਵੀ ਅਗਰ n ਦੀ ਪਾਵਰ ਇੱਥੇ 5 ਹੈ ਤਾਂ ਸਾਡੇ ਕੋਲ ਜਿਹੜੀਆਂ ਟਰਮਸ ਬਚਦੀਆਂ ਨੇ ਉਹਨਾਂ ਦੀ ਵੈਲਿਊ ਕੀ ਹੋਣੀ ਚਾਹੀਦੀ ਹੈ, 5 ਹੀ ਹੋਣੀ ਚਾਹੀਦੀ ਹੈ। ਲੇਕਿਨ ਵਿੱਚ ਤਾਂ 10 ਵੀ ਆ ਰਿਹਾ, ਕੋਫੀਸ਼ੀਐਂਟ ਦੀ ਗੱਲ ਕਰ ਰਹੇ ਹਾਂ ਤਾਂ ਕੋਫੀਸ਼ੀਐਂਟ ਦੀ ਵੈਲਿਊ ਜਿਹੜੀ ਹੈ ਸਾਡੇ ਕੋਲ 5 ਹੋਣੀ ਚਾਹੀਦੀ ਹੈ ਜਿਹੜੀ ਬਾਕੀ ਟਰਮਸ ਬਚੀਆਂ ਨੇ, ਲੇਕਿਨ ਸਾਡੇ ਕੋਲ ਇੱਥੇ ਤਾਂ ਕੋਫੀਸ਼ੀਐਂਟ 10 ਵੀ ਆ ਰਿਹਾ। ਤਾਂ ਇੱਥੋਂ ਸਾਡੀ ਐਕਸਪੈਂਸ਼ਨ ਜਿਹੜੀ ਹੈ ਇਹ ਆਬਜ਼ਰਵੇਸ਼ਨ ਜਿਹੜੀ ਹੈ ਇਸ ਐਕਸਪੈਂਸ਼ਨ ਦੀ ਉਹ ਕੋਫੀਸ਼ੀਐਂਟ ਦੀ ਫੁੱਲਫਿਲ ਨਹੀਂ ਹੁੰਦੀ। ਤਾਂ ਕੋਫੀਸ਼ੀਐਂਟ ਪਤਾ ਕਰਨ ਦੇ ਵਿੱਚ ਇਹ ਜਿਹੜਾ ਮੈਥਡ ਹੈ ਉਹ ਆਪਣੇ ਕੋਲ ਯੂਜ਼ਫੁਲ ਨਹੀਂ ਹੁੰਦਾ। ਤਾਂ ਫਸਟ ਡਰਾਬੈਕ ਤਾਂ ਇਹ ਸੀਗਾ ਵੀ ਅਸੀਂ ਕੋਫੀਸ਼ੀਐਂਟ ਨਹੀਂ ਪਤਾ ਕਰ ਸਕਦੇ ਇਸ ਆਬਜ਼ਰਵੇਸ਼ਨ ਦੇ ਮੈਥਡ ਦੇ ਨਾਲ। ਉਸ ਤੋਂ ਬਾਅਦ ਅਗਰ ਗੱਲ ਕਰੀਏ ਸੈਕਿੰਡ ਡਰਾਬੈਕ ਦੀ, ਹੁਣ ਤੁਸੀਂ ਮੰਨ ਲਓ ਅभी ਅਸੀਂ x + y ਦੀ ਪਾਵਰ 5 ਤੱਕ ਐਕਸਪੈਂਸ਼ਨ ਨੂੰ ਜਿਹੜਾ ਫਾਈਂਡ ਆਊਟ ਕਰ ਲਿਆ, ਤੇ ਮੈਂ ਜੇ ਤੁਹਾਨੂੰ ਕਹਾਂ x + y ਦੀ ਪਾਵਰ 5 ਦੀ ਐਕਸਪੈਂਸ਼ਨ ਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਥਰਡ ਟਰਮ ਕਿਹੜੀ ਹੈ, ਤਾਂ ਤੁਸੀਂ ਕੀ ਕਰੋਗੇ,
ਕਾਊਂਟ ਕਰ ਲਓਗੇ ਫਸਟ ਟਰਮ, ਸੈਕਿੰਡ ਟਰਮ, ਥਰਡ ਟਰਮ, ਤਾਂ ਤੁਸੀਂ ਕਹੋਗੇ ਥਰਡ ਟਰਮ ਹੈਗੀ ਹੈ 10x³ y²। ਬੜੇ ਈਜ਼ੀਲੀ ਦੱਸਤਾ। ਮੈਂ ਤੁਹਾਨੂੰ ਕਹਾਂ x + y ਦੀ ਕਿਊਬ ਦੇ ਵਿੱਚ ਸਾਡੇ ਕੋਲ ਸੈਕਿੰਡ ਟਰਮ ਕਿਹੜੀ ਹੈ, ਤਾਂ ਤੁਸੀਂ ਕੀ ਕਰੋਗੇ, ਪਤਾ ਕਰ ਲਓਗੇ ਇੱਥੋਂ ਐਕਸਪੈਂਸ਼ਨ ਤੋਂ ਫਸਟ ਟਰਮ, ਸੈਕਿੰਡ ਟਰਮ, ਥਰਡ ਟਰਮ, ਫੋਰਥ ਟਰਮ, ਤਾਂ ਸਾਨੂੰ ਕਿਹੜੀ ਚਾਹੀਦੀ ਹੈ, ਸੈਕਿੰਡ ਟਰਮ, ਤਾਂ ਤੁਸੀਂ ਕਹੋਗੇ 3x² y। ਪਰ ਜੇ ਮੈਂ ਤੁਹਾਨੂੰ ਕਹਾਂ ਵੀ ਇੱਥੇ x + y ਦੀ 9 ਪਾਵਰ 19 ਇਹਦੀ ਸਾਨੂੰ 12th ਟਰਮ ਦੱਸੋ ਕਿਹੜੀ ਹੈ, ਤਾਂ ਤੁਹਾਨੂੰ ਕੀ ਕਰਨਾ ਪੈਣਾ, ਤੁਹਾਨੂੰ ਜਿਹੜਾ ਇਹ ਪ੍ਰੋਸੈਸ ਫੋਲੋ ਕਰਨਾ ਪੈਣਾ। ਪ੍ਰੋਸੈਸ ਕਿਵੇਂ ਫੋਲੋ ਕਰੋਗੇ, ਤੁਸੀਂ ਸਭ ਤੋਂ ਪਹਿਲਾਂ x ਦੀ ਪਾਵਰ x + y ਦੀ ਪਾਵਰ 0 ਫਾਈਂਡ ਆਊਟ ਕਰੋਗੇ, 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਹੈ ਨਾ, ਇਸ ਤਰ੍ਹਾਂ ਫਾਈਂਡ ਆਊਟ ਕਰੋਗੇ। ਫਿਰ ਤੁਸੀਂ ਕੀ ਕਰੋਗੇ, ਜੇ ਤੁਹਾਡੇ ਕੋਲ x + y ਦੀ ਪਾਵਰ 9 ਫਾਈਂਡ ਆਊਟ ਹੋ ਗਈ ਅਤੇ ਜਦੋਂ x + y ਦੀ ਪਾਵਰ 10 ਫਾਈਂਡ ਆਊਟ ਹੋ ਗਈ, ਫਿਰ ਦੋਨਾਂ ਨੂੰ ਆਪਸ 'ਚ ਮਲਟੀਪਲਾਈ ਕਰੋਗੇ। ਤਾਂ ਰਾਜੇ ਤੁਸੀਂ ਇਹ ਦੇਖੋ ਵੀ ਸਾਡੇ ਕੋਲ ਤਾਂ x + y ਦੀ ਪਾਵਰ 5 ਦੀ ਜਿਹੜੀ ਐਕਸਪੈਂਸ਼ਨ ਆ ਉਹ ਇੰਨੀ ਵੱਡੀ ਵੈਲਿਊ ਆ ਚੁੱਕੀ ਹੈ, ਅਤੇ ਜਦੋਂ x + y ਦੀ ਪਾਵਰ 9 x + y ਦੀ ਪਾਵਰ 10 ਦੀ ਐਕਸਪੈਂਸ਼ਨ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਕੰਪਲੀਕੇਟਡ ਬਣ ਜਾਊਗਾ। ਤਾਂ ਇਸ ਲਈ ਜਿਹੜਾ ਹੈ ਸਾਡੇ ਕੋਲ ਡਾਇਰੈਕਟ ਟਰਮ ਫਾਈਂਡ ਆਊਟ ਕਰਨਾ ਮੁਸ਼ਕਿਲ ਹੈ। ਕਹਿਣ ਦਾ ਮਤਲਬ x + y ਦੀ ਪਾਵਰ 19th ਜਿਹੜੀ ਆ ਉਹ ਐਕਸਪੈਂਡ ਤਾਂ ਹੋ ਜੂ, ਲੇਕਿਨ ਉਹ ਇੱਕ ਬਹੁਤ ਕੰਪਲੀਕੇਟਡ ਲੈਂਥੀ ਪ੍ਰੋਸੈਸ ਚਲਾ ਜਾਂਦਾ, ਅਤੇ ਅਸੀਂ ਡਾਇਰੈਕਟ ਜਿਹੜਾ ਵਿਦਆਊਟ ਵੇਸਟਿੰਗ ਐਨੀ ਟਾਈਮ 12th ਟਰਮ ਫਾਈਂਡ ਆਊਟ ਨਹੀਂ ਕਰ ਸਕਦੇ। ਕੋਈ ਵੀ ਟਰਮ ਕਹਿ ਦਿੱਤਾ ਜਾਵੇ ਅਸੀਂ ਫਾਈਂਡ ਆਊਟ ਨਹੀਂ ਕਰ ਸਕਦੇ ਜਦੋਂ ਪਾਵਰ ਹਾਇਰ ਚਲੀ ਜਾਂਦੀ ਹੈ ਐਕਸਪੈਂਸ਼ਨ ਦੀ, ਐਕਸਪੋਨੈਂਟ ਦੀ ਗੱਲ ਕਰ ਰਹੇ ਹਾਂ, ਜਦੋਂ ਹਾਇਰ ਚਲੀ ਜਾਂਦੀ ਹੈ ਨਾ। ਇੱਥੇ ਤਾਂ 5 4 ਸੀਗਾ ਫਾਈਂਡ ਆਊਟ ਹੋ ਗਿਆ, ਇੱਥੇ 19 ਹੈ ਤਾਂ ਇੱਥੇ ਫਾਈਂਡ ਆਊਟ ਨਹੀਂ ਕਰ ਸਕਦੇ। ਤਾਂ ਸੈਕਿੰਡ ਇਹਦੀ ਡਰਾਬੈਕ ਕੀ ਹੈ ਕਿ ਅਸੀਂ ਡਾਇਰੈਕਟ ਕੋਈ ਵੀ ਟਰਮ ਫਾਈਂਡ ਆਊਟ ਨਹੀਂ ਕਰ ਸਕਦੇ, ਲੈਂਥੀ ਪ੍ਰੋਸੈਸ ਹੈ, ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ। ਹੁਣ ਜਿਹੜੀ ਇਹ ਸਮੱਸਿਆ ਸੀਗੀ ਸਾਡੇ ਕੋਲ ਪਹਿਲੀ ਸਮੱਸਿਆ ਜੋ ਕਿ ਕੋਫੀਸ਼ੀਐਂਟ ਦੇ ਨਾਲ ਰਿਲੇਟਡ ਸੀਗੀ, ਇਸ ਸਮੱਸਿਆ ਨੂੰ ਥੋੜ੍ਹਾ ਬਹੁਤ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਪਾਸਕਲ ਦੁਆਰਾ, ਪਾਸਕਲ ਟ੍ਰਾਇੰਗਲ ਜਿਹਦਾ ਨਾਮ ਹੈ। ਕਹਿੰਦੇ ਸਾਨੂੰ x + y ਦੀ ਪਾਵਰ n ਦੀ ਐਕਸਪੈਂਸ਼ਨ ਦੇ ਵਿੱਚ ਅਗਰ ਕੋਫੀਸ਼ੀਐਂਟਸ ਫਾਈਂਡ ਆਊਟ ਕਰਨੇ ਨੇ, ਇਹ ਸਿਰਫ ਕੋਫੀਸ਼ੀਐਂਟ ਫਾਈਂਡ ਆਊਟ ਕਰਨ ਵਾਸਤੇ ਯੂਜ਼ ਕੀਤਾ ਗਿਆ ਸੀ ਪਾਸਕਲ ਟ੍ਰਾਇੰਗਲ। ਤਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਸਭ ਤੋਂ ਪਹਿਲਾਂ ਗੱਲ ਕਰੀਏ, ਅਸੀਂ ਕਿਹਾ ਸੀ ਵੀ x + y ਦੀ ਪਾਵਰ 0 ਉਹ ਕੀ ਦੇ ਬਰਾਬਰ ਹੁੰਦੀ ਹੈ, 1 ਦੇ ਬਰਾਬਰ ਹੁੰਦੀ ਹੈ। ਜਿਹੜਾ ਪਾਸਕਲਸ ਟ੍ਰਾਇੰਗਲ ਹੈ ਉਹ ਕਿਸ ਤਰ੍ਹਾਂ ਬਣਦਾ ਹੈ, ਕਿਸ ਤਰ੍ਹਾਂ ਉਸ ਨੂੰ ਕੋਫੀਸ਼ੀਐਂਟ ਨੂੰ ਫਾਈਂਡ ਆਊਟ ਕਰਦਾ ਹੈ ਉਹ ਦੇਖ ਲਓ। ਕਹਿੰਦਾ ਅਗਰ ਸਾਡੇ ਕੋਲ 1 ਹੈ ਤਾਂ 1 ਨੂੰ ਅਸੀਂ ਦੋ ਰਾਸਤੇ ਦੇ ਦਿੱਤੇ ਜਾਣ ਵਾਸਤੇ। ਇੱਕ ਰਾਸਤਾ ਜਿਹੜਾ ਹੈ ਲੈਫਟ ਹੈ, ਆਹ ਵਾਲਾ ਰਾਸਤਾ, ਇੱਕ ਰਾਸਤਾ ਜਿਹੜਾ ਰਾਈਟ ਰਾਸਤਾ ਹੈ। 1 ਲੈਫਟ ਰਾਸਤੇ ਤੋਂ ਉਤਰ ਕੇ ਨੀਚੇ ਆ ਗਿਆ ਤਾਂ ਵੈਲਿਊ ਕਿੰਨੀ ਆ ਗਈ 1। 1 ਜਿਹੜਾ ਰਾਈਟ ਰਾਸਤੇ ਤੋਂ ਉਤਰ ਕੇ ਨੀਚੇ ਆ ਗਿਆ ਤਾਂ ਵੈਲਿਊ ਕਿੰਨੀ ਆ ਗਈ 1। ਫਿਰ ਆ ਜਿਹੜਾ 1 ਹੈ ਇਹਨੂੰ ਵੀ ਗਾਂ ਦੋ ਰਾਸਤੇ ਦੇਤੇ ਅਸੀਂ, ਠੀਕ ਹੈ ਜੀ। ਜਿਹੜਾ ਲੈਫਟ ਵਾਲਾ ਰਾਸਤਾ ਹੈ ਇੱਥੋਂ 1 ਉਤਰ ਕੇ ਨੀਚੇ ਆ ਗਿਆ ਤਾਂ 1 ਆ ਗਿਆ, ਅਤੇ ਜਿਹੜਾ ਆਹ ਵਾਲਾ 1 ਸੀਗਾ ਇਹਨੂੰ ਵੀ ਅਸੀਂ ਦੋ ਰਾਸਤੇ ਦਿੱਤੇ, ਕਿਉਂਕਿ ਉਹਨੂੰ ਅਗਰ 1 ਨੂੰ ਦੋ ਰਾਸਤੇ ਦਿੱਤੇ ਤਾਂ ਇਹਨੂੰ ਵੀ ਦੋ ਰਾਸਤੇ ਜਿਹੜੇ ਜ਼ਰੂਰ ਅਸੀਂ ਦੇਵਾਂਗੇ। ਉਸ ਤੋਂ ਬਾਅਦ ਹੁਣ ਕੀ ਹੈ ਸਾਡੇ ਕੋਲ, ਜਦੋਂ ਇਹ ਲੈਫਟ 1 ਸੀਗਾ, ਆਹ ਵਾਲਾ 1 ਸੀਗਾ ਜਿਹੜਾ ਸਾਡੇ ਕੋਲ ਲੈਫਟ ਵਾਲਾ, ਤਾਂ ਇਹ ਆਪਣੇ ਕੋਲ ਦੋ ਰਾਸਤੇ ਬਣਾ ਗਿਆ, ਅਤੇ ਦੋ ਰਾਸਤੇ ਦੇ ਵਿੱਚ ਲੈਫਟ ਸਾਈਡ ਤੋਂ ਜਿਹੜਾ ਇਹ ਉਤਰ ਕੇ ਇੱਥੇ ਪਹੁੰਚ ਗਿਆ। ਪਰ ਜਦੋਂ ਇਹ ਰਾਈਟ ਸਾਈਡ ਤੋਂ ਉਤਰੂਗਾ ਤਾਂ 1 ਉਤਰ ਰਿਹਾ ਇੱਥੋਂ, ਪਰ ਇੱਧਰ ਜਿਹੜਾ ਸਾਡੇ ਕੋਲ ਆਹ ਵਾਲਾ 1 ਹੈ ਇਹ ਵੀ ਤਾਂ ਇੱਕ ਵਾਰ ਨੀਚੇ ਉਤਰੂਗਾ ਨਾ, ਤਾਂ ਆਹ 1 ਅਤੇ ਆਹ 1 ਆਪਣੇ ਕੋਲ ਕਿੰਨਾ ਆ ਗਿਆ, ਇੱਥੇ 2 ਆ ਗਿਆ। ਫਿਰ ਇੱਧਰ ਵੀ ਉਤਰੂਗਾ 1, ਤਾਂ ਕਿਉਂਕਿ ਦੋ ਰਾਸਤੇ ਨੇ, ਦੋਨਾਂ ਰਾਸਤਿਆਂ 'ਚ ਜਾਊਗਾ ਤਾਂ ਇੱਧਰ 1 ਹੀ ਰਹਿ ਗਿਆ। ਇਸ ਤਰ੍ਹਾਂ ਫਿਰ ਅਸੀਂ ਇਹਨੂੰ ਗਾਂ ਕੀ ਕਰਾਂਗੇ, ਦੋ ਰਾਸਤੇ ਦੇਵਾਂਗੇ, ਇੱਥੇ 1 ਆ ਜਾਊਗਾ, 2 ਨੂੰ ਵੀ ਦੋ ਰਾਸਤੇ ਦੇਵਾਂਗੇ, 2 ਇੱਥੇ ਜਾਊਗਾ ਤਾਂ ਇਹ ਆਪਣੇ ਕੋਲ ਬਣ ਜਾਊਗਾ 3 ਬਣ ਜਾਊਗਾ। ਕਿਉਂਕਿ ਇੱਧਰੋਂ 1 ਆ ਰਿਹਾ, ਇੱਧਰੋਂ 2 ਆ ਰਿਹਾ, ਤਾਂ ਕੀ ਬਣ ਗਿਆ ਆਪਣੇ ਕੋਲ 3 ਬਣ ਗਿਆ। ਨੈਕਸਟ ਸਾਡੇ ਕੋਲ ਇੱਥੇ ਕਿੰਨਾ ਆ 1 ਵੀ ਜਿਹੜੇ ਦੋ ਰਾਸਤੇ ਦੇਊਗਾ, ਹਰ ਜਿਹੜਾ ਨੰਬਰ ਆ ਸਾਡੇ ਕੋਲ ਉਹਨੂੰ ਦੋ ਰਾਸਤੇ ਦੇਣੇ ਨੇ। ਇੱਥੇ ਵੀ 3 ਬਣ ਗਿਆ, ਇੱਥੇ 1 ਬਣ ਗਿਆ, ਤਾਂ ਇਹ 1 ਦੇ ਵੀ ਗਾਂ ਦੋ ਰਾਸਤੇ ਹੈ, 1 ਬਣ ਗਿਆ। ਇਹ 3 ਦੇ ਵੀ ਦੋ ਰਾਸਤੇ ਹੈ, ਇਹ 3 ਦੇ ਵੀ ਦੋ ਰਾਸਤੇ ਹੈ, ਇਹ 1 ਦੇ ਵੀ ਦੋ ਰਾਸਤੇ। ਇੱਥੇ ਬਣ ਗਿਆ ਆਪਣੇ ਕੋਲ 4, ਅਤੇ ਇੱਥੇ ਬਣ ਗਿਆ ਆਪਣੇ ਕੋਲ 6, ਇੱਥੇ ਕਿੰਨਾ ਬਣ ਗਿਆ 4, ਅਤੇ ਇੱਥੇ ਕਿੰਨਾ ਰਹਿ ਗਿਆ 1। ਹੁਣ ਤੁਸੀਂ ਕਹੋਗੇ ਵੀ ਸਰ ਇਹ ਤਾਂ ਜਿਹੜਾ ਤੁਸੀਂ ਹੈ KMG ਖੇਡੀ ਜਾਂਦੇ ਹੋ, ਵੀ ਆਪਾਂ ਨੂੰ ਇਹਦਾ ਬੈਨੀਫਿਟ ਕੀ ਹੋਇਆ ਉਹ ਦੱਸੋ, ਬੈਨੀਫਿਟ ਕਿਸ ਤਰ੍ਹਾਂ ਹੋਇਆ ਉਹ ਵੀ ਦੇਖਦੇ ਹਾਂ। ਪਹਿਲਾਂ ਥੋੜ੍ਹਾ ਜਿਹਾ ਆਪਾਂ ਵੈਲਿਊਜ਼ ਨੂੰ ਜਾਂ ਫਿਰ ਪਾਸਕਲ ਟ੍ਰਾਇੰਗਲ ਨੂੰ ਥੋੜ੍ਹਾ ਜਿਹਾ ਸਾਨੂੰ ਡਿਫਾਈਨ ਕਰ ਦੇਵਾਂ ਕਿਸ ਤਰ੍ਹਾਂ ਬਣਿਆ। ਜਿਹੜੀ ਸਭ ਤੋਂ ਪਹਿਲੀ ਵੈਲਿਊ ਹੈ ਰਾਜੇ ਉਹ ਹੈਗੀ ਹੈ ਆਪਣੇ ਕੋਲ x + y ਦੀ ਪਾਵਰ 0 ਦੀ ਐਕਸਪੈਂਸ਼ਨ ਦੀ। ਤੁਸੀਂ ਦੇਖ ਸਕਦੇ ਹੋ x + y ਨੂੰ ਅਸੀਂ ਪਾਵਰ 0 ਨੂੰ 1 ਲਿਖਿਆ ਸੀ, ਹੈ ਨਾ, ਉਹਦਾ ਕੋਫੀਸ਼ੀਐਂਟ ਕੀ ਹੈ 1 ਹੈ, ਕਿਉਂਕਿ ਟਰਮ ਹੀ ਹੈ ਨਹੀਂ ਕੋਈ ਨਾਲ। ਉਸ ਤੋਂ ਬਾਅਦ ਕੀ ਆਪਣੇ ਕੋਲ ਜਿਹੜੀ ਆਹ ਸੈਕਿੰਡ ਆਪਣੇ ਕੋਲ ਬਣ ਰਹੀ, ਕਿਉਂਕਿ ਇਹ ਟ੍ਰਾਇੰਗਲ ਦੀ ਸ਼ੇਪ ਦੇ ਵਿੱਚ ਵਧ ਰਿਹਾ ਤਾਂ ਇਹਨੂੰ ਟ੍ਰਾਇੰਗਲ ਕਹਿੰਦੇ ਨੇ, ਪਾਸਕਲ ਟ੍ਰਾਇੰਗਲ, ਹੈ ਨਾ। ਇਹ ਜਿਹੜੀ ਆਪਣੇ ਕੋਲ ਸੈਕਿੰਡ ਅਗਰ ਤੁਸੀਂ ਦੇਖ ਰਹੇ ਹੋ 1 1, ਇਹ ਆਪਣੇ ਕੋਲ ਰੋ ਦੇਖ ਰਹੇ ਹੋ, ਸੈਕਿੰਡ ਰੋ ਦੇਖ ਰਹੇ ਹੋ, ਤਾਂ ਇਹਦੇ ਵਿੱਚ ਸਾਡੇ ਕੋਲ ਜਿਹੜੀ ਕੋਫੀਸ਼ੀਐਂਟ ਦੀ ਵੈਲਿਊਜ਼ ਨੇ ਉਹ ਹੈਗੀਆਂ x + y ਦੀ ਪਾਵਰ 1 ਦੀ।
x प्लस वाई की पावर 1 ਨੂੰ ਅਸੀਂ ਕੀ ਲਿਖਿਆ ਸੀ x प्लस वाई, x ਦਾ ਕੋਫੀਸ਼ੀਐਂਟ ਵੀ 1, y ਦਾ ਕੋਫੀਸ਼ੀਐਂਟ ਵੀ 1, ਤਾਂ ਦੋਨੇ ਵੈਲਿਊਜ਼ ਜਿਹੜੀ ਕੋਫੀਸ਼ੀਐਂਟ ਦੀਆਂ ਨੇ x ਤੇ y ਦੀਆਂ। ਥਰਡ ਅਸੀਂ ਵੱਧਦੇ ਹਾਂ ਜਦੋਂ ਥਰਡ ਆਪਣੀ ਰੋ ਦੇ ਵਿੱਚ, ਤਾਂ ਉੱਥੇ ਸਾਡੇ ਕੋਲ x ਪਲਸ ਵਾਈ ਦੀ ਸਕੇਅਰ ਦੀ ਐਕਸਪੈਂਸ਼ਨ ਦੇ ਕੋਫੀਸ਼ੀਐਂਟ ਦੀ ਵੈਲਿਊ ਦਿੱਤੀ ਹੋਈ ਹੈ। ਜਦੋਂ ਅਸੀਂ x ਪਲਸ ਵਾਈ ਦੇ ਹੋਲ ਸਕੇਅਰ ਨੂੰ ਐਕਸਪੈਂਡ ਕੀਤਾ ਸੀ ਤਾਂ ਉਹ ਆਇਆ ਸੀ x ਸਕੇਅਰ ਪਲਸ 2xy ਪਲਸ ਵਾਈ ਸਕੇਅਰ। ਤਾਂ 1 2 1 ਕੋਫੀਸ਼ੀਐਂਟ ਕੀ ਸੀ 1 2 1, ਤਾਂ ਆਪਣੇ ਕੋਲ ਇੱਥੇ ਕੋਫੀਸ਼ੀਐਂਟ ਕੀ ਆ ਗਏ 1 2 1, ਕਿਉਂਕਿ ਸਾਨੂੰ ਬਾਕੀ ਇਹ ਤਾਂ ਪਤਾ ਹੈ ਵੀ ਪਹਿਲਾਂ ਸਭ ਤੋਂ ਪਹਿਲਾਂ ਅਸੀਂ x ਸਕੇਅਰ ਲਿਖਣਾ ਹੈ, ਫਿਰ x1 ਲਿਖਣਾ ਹੈ, ਫਿਰ x0 ਲਿਖਣਾ ਹੈ ਆਬਜ਼ਰਵੇਸ਼ਨਸ ਦੇ ਥਰੂ। ਤੇ ਸਾਨੂੰ ਇਹ ਵੀ ਪਤਾ ਜੇ ਨੰਬਰ ਆਫ ਟਰਮਸ n ਦੀ ਵੈਲਿਊ ਆਪਣੇ ਕੋਲ 2 ਹੈ ਤਾਂ ਨੰਬਰ ਆਫ ਟਰਮਸ ਕਿੰਨੇ ਹੋਣਗੇ 3, ਇਹ ਵੀ ਪਤਾ ਸੀਗਾ। ਪਤਾ ਕੀ ਨਹੀਂ ਸੀਗਾ ਸਾਡੇ ਕੋਲ ਕੋਫੀਸ਼ੀਐਂਟ, ਵੀ ਸਭ ਤੋਂ ਪਹਿਲਾਂ x ਸਕੇਅਰ ਦੇ ਨਾਲ 1 ਆਊਗਾ, ਫਿਰ xy ਦੇ ਨਾਲ 2 ਆਊਗਾ, ਫਿਰ y ਸਕੇਅਰ ਦੇ ਨਾਲ ਫਿਰ 1 ਆਊਗਾ। ਤਾਂ ਇਹ ਆਪਣੇ ਕੋਲ ਜਿਹੜੇ ਸੋਲੂਸ਼ਨ ਹੈ ਉਹ ਕਿਹਨੇ ਦਿੱਤਾ ਪਾਸਕਲ ਟ੍ਰਾਇੰਗਲ ਨੇ। ਆ ਸਾਡੇ ਕੋਲ ਜਿਹੜੀ ਫੋਰਥ ਰੋ ਆ ਗਈ, ਇਹ ਆਪਣੇ ਕੋਲ x ਪਲਸ ਵਾਈ ਦੀ ਕਿਊਬ ਦੀ ਐਕਸਪੈਂਸ਼ਨ ਦੇ ਕੋਫੀਸ਼ੀਐਂਟ ਦੀ ਵੈਲਿਊ ਨੇ। ਜਦੋਂ ਅਸੀਂ x ਪਲਸ ਵਾਈ ਦੇ ਕਿਊਬ ਨੂੰ ਐਕਸਪੈਂਡ ਕੀਤਾ ਸੀ ਤਾਂ ਸਾਡੇ ਕੋਲ ਕੀ ਆਇਆ ਸੀਗਾ x ਕਿਊਬ ਪਲਸ 3x ਸਕੇਅਰ y ਪਲਸ 3xy ਸਕੇਅਰ ਪਲਸ y ਕਿਊਬ। ਤਾਂ ਸਾਡੇ ਕੋਲ ਕੋਫੀਸ਼ੀਐਂਟ ਆ ਗਏ 1 3 3 1। ਸਿਮਿਲਰਲੀ ਜਿਹੜਾ ਤੁਸੀਂ ਨੈਕਸਟ ਜਿਹੜੀ ਸਾਡੀ ਰੋ ਦੇਖੋਗੇ ਤਾਂ ਉਹਦੇ ਵਿੱਚ ਸਾਡੇ ਕੋਲ x ਪਲਸ ਵਾਈ ਦੀ ਪਾਵਰ 4 ਦੀ ਐਕਸਪੈਂਸ਼ਨ ਦੇ ਕੋਫੀਸ਼ੀਐਂਟ ਦੀ ਵੈਲਿਊ ਦੇ ਰੱਖੀ ਹੈ। ਇਸੇ ਤਰ੍ਹਾਂ ਤੁਸੀਂ ਪਾਸਕਲ ਟ੍ਰਾਇੰਗਲ ਅੱਗੇ ਵਧਾਉਂਦੇ ਜਾਓ, ਤੁਹਾਨੂੰ ਜਿਹੜਾ ਹਾਇਰ ਜਿਹੜੀ ਪਾਵਰ ਹੈ ਐਕਸਪੋਨੈਂਟ ਜਿਹੜੀ ਵੈਲਿਊ ਹੈ ਉਹਦੇ ਕੋਫੀਸ਼ੀਐਂਟ ਦੀ ਵੈਲਿਊ ਮਿਲਦੀ ਜਾਊਗੀ। ਤਾਂ ਇਹਦੇ ਪਾਸਕਲ ਟ੍ਰਾਇੰਗਲ ਦੇ ਨਾਲ ਸਾਡੇ ਕੋਲ ਹੁਣ ਕੋਫੀਸ਼ੀਐਂਟ ਦੀ ਜਿਹੜੀ ਪ੍ਰੋਬਲਮ ਆ ਉਹ ਵੀ ਸੋਲਵ ਹੋ ਗਈ, ਅਤੇ ਆਬਜ਼ਰਵੇਸ਼ਨ ਦੇ ਨਾਲ ਜਿਹੜੀ ਅਸੀਂ ਉਸ ਨੂੰ ਐਕਸਪੈਂਸ਼ਨ ਨੂੰ ਲਿਖ ਸਕਦੇ ਹਾਂ। ਪਰ ਹੁਣ ਇਹਦੇ ਵਿੱਚ ਵੀ ਜਿਹੜਾ ਸਾਡੇ ਕੋਲ ਜੇ ਡਰਾਬੈਕ ਆਉਂਦਾ ਹੈ, ਪਾਸਕਲ ਟ੍ਰਾਇੰਗਲ ਦੇ ਵਿੱਚ ਵੀ ਸਾਡੇ ਕੋਲ ਡਰਾਬੈਕ ਆਉਂਦਾ ਹੈ। ਕੀ ਡਰਾਬੈਕ ਹੈ ਤੁਸੀਂ ਆਬਜ਼ਰਵ ਕਰਕੇ ਦੇਖੋਗੇ ਤਾਂ ਇਹ ਹੈ ਕਿ ਪਾਸਕਲ ਟ੍ਰਾਇੰਗਲ ਦੇ ਵਿੱਚ ਜੇ ਸਾਡੇ ਕੋਲ ਕੋਫੀਸ਼ੀਐਂਟ ਦੀ ਸਮੱਸਿਆ ਤਾਂ ਹੱਲ ਹੋਗੀ, ਨੋ ਡਾਊਟ ਕਰੈਕਟ ਆਪਣੇ ਕੋਲ ਕੋਫੀਸ਼ੀਐਂਟ ਦੀ ਵੈਲਿਊ ਆ ਰਹੀ ਹੈ। ਪਰ ਇਹਦੇ ਵਿੱਚ ਪ੍ਰੋਬਲਮ ਇਹ ਆ ਗਈ ਵੀ ਸਾਨੂੰ ਜਿਹੜਾ ਇਹ ਟ੍ਰਾਇੰਗਲ x ਪਲਸ ਵਾਈ ਦੀ ਪਾਵਰ 0 ਤੋਂ ਸ਼ੁਰੂ ਕਰਨਾ ਪੈਂਦਾ ਹੈ। ਸਾਰੇ ਇਹ ਜਿਹੜੀ ਵੈਲਿਊਜ਼ ਨੇ ਸਾਨੂੰ ਸਟਾਰਟਿੰਗ ਤੋਂ ਕਰਨੀ ਪੈਂਦੀਆਂ ਨੇ। ਜੇ ਅਸੀਂ ਹਾਇਰ ਪਾਵਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜੇ ਫਾਈਂਡ ਆਊਟ ਕਰਨਾ ਹੈ, ਹੁਣ ਸਾਨੂੰ ਕਹਿ ਦਿੱਤਾ ਜਾਵੇ x ਪਲਸ ਵਾਈ ਦੀ 19th ਜਾਂ ਫਿਰ x ਪਲਸ ਵਾਈ ਦੀ 29th ਪਾਵਰ ਦੇ ਰੱਖੀ ਹੈ, ਇਹਦੀ ਐਕਸਪੈਂਸ਼ਨ ਪਤਾ ਕਰਨੀ ਹੈ। ਤਾਂ ਸਾਨੂੰ ਇਹ ਤਾਂ ਪਤਾ ਨੰਬਰ ਆਫ ਟਰਮਸ 30 ਨੇ, ਅਤੇ ਸਾਨੂੰ ਇਹ ਵੀ ਪਤਾ ਹੈ ਵੀ ਸਾਡੇ ਕੋਲ ਸਭ ਤੋਂ ਪਹਿਲਾਂ x ਦੀ ਪਾਵਰ 29 ਆਊਗੀ, y ਦੀ ਪਾਵਰ 0 ਆਊਗੀ, ਇੱਦਾਂ ਘਟਦੀਆਂ ਜਾਣਗੀਆਂ ਵੈਲਿਊਜ਼। ਪਰ ਜਦੋਂ ਅਸੀਂ ਕੋਫੀਸ਼ੀਐਂਟ ਨੂੰ ਫਾਈਂਡ ਆਊਟ ਕਰਨਾ ਹੈ ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ ਰਾਜੇ, x ਪਲਸ ਵਾਈ ਦੀ 29 ਪਾਵਰ ਹੋਊਗੀ, ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ ਸਾਨੂੰ ਜਿਹੜਾ ਹੈ ਸਟਾਰਟਿੰਗ ਤੋਂ ਹੀ ਵੈਲਿਊਜ਼ ਫਾਈਂਡ ਆਊਟ ਕਰਨੀਆਂ ਸ਼ੁਰੂ ਕਰਨੀਆਂ ਪੈਣੀਆਂ ਨੇ। ਹੁਣ ਤੁਸੀਂ ਸੋਚੋ ਵੀ ਅਸੀਂ 1 2 3 4 ਤੱਕ ਪਹੁੰਚੇ ਤਾਂ ਸਾਡਾ ਪੂਰਾ ਪੇਜ ਕਵਰ ਹੋ ਗਿਆ, ਅਤੇ ਜਦੋਂ ਅਸੀਂ 29 ਤੱਕ ਪਹੁੰਚਾਂਗੇ ਤਾਂ ਪਤਾ ਨਹੀਂ ਕੀ ਹੋ ਜੂ। ਤਾਂ ਇਹਨਾਂ ਨਾ ਤਾਂ ਟਾਈਮ ਹੈ ਨਾ ਸਾਡੇ ਕੋਲ ਸਪੇਸ ਹੈ। ਤਾਂ ਇਹਦਾ ਮਤਲਬ ਪਾਸਕਲ ਟ੍ਰਾਇੰਗਲ ਨੇ ਸਮੱਸਿਆ ਨੂੰ ਤਾਂ ਹੱਲ ਕੀਤਾ, ਉਹਦੇ ਨਾਲ ਸਮੱਸਿਆ ਨੂੰ ਜਿਹੜਾ ਵਧਾ ਵੀ ਦਿੱਤਾ, ਕਿਉਂਕਿ ਇਹਦੇ ਨਾਲ ਅਲੱਗ ਤੋਂ ਸਾਨੂੰ ਇੱਕ ਪੂਰਾ ਪ੍ਰੋਸੈਸ ਅਤੇ ਬਹੁਤ ਹੀ ਲੈਂਥੀ ਪ੍ਰੋਸੈਸ ਜਿਹੜਾ ਫੋਲੋ ਕਰਨਾ ਪੈਂਦਾ ਹੈ। ਪਰ ਇਹਦੇ ਨਾਲ ਰਿਲੇਟਡ ਸਾਨੂੰ ਕੀ ਕੁਐਸਚਨ ਆ ਸਕਦਾ ਪੇਪਰ ਦੇ ਵਿੱਚ ਪਾਸਕਲ ਟ੍ਰਾਇੰਗਲ ਦੇ ਵਿੱਚ, ਉਹ ਇਹ ਹੈ ਕਿ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਪਾਸਕਲ ਟ੍ਰਾਇੰਗਲ ਦੇ ਵਿੱਚ ਜਿਹੜੀ ਸਾਡੀ ਰੋ ਹੈ ਉਹ ਸਟਾਰਟ ਅਤੇ ਐਂਡ ਕਿਹੜੇ ਨੰਬਰ ਤੋਂ ਹੁੰਦੀ ਹੈ। ਅਗਰ ਤੁਸੀਂ ਦੇਖੋਗੇ ਅਤੇ ਪਾਸਕਲ ਟ੍ਰਾਇੰਗਲ ਦੇ ਵਿੱਚ ਸਾਡੇ ਕੋਲ ਜਿਹੜੀ ਰੋ ਹੈ ਉਹ ਸਟਾਰਟ ਅਤੇ ਐਂਡ ਕਿਹੜੇ ਨੰਬਰ ਤੋਂ ਹੋ ਰਹੀ ਹੈ, ਉਹ ਹੋ ਰਹੀ ਹੈ ਆਪਣੇ ਕੋਲ 1 ਤੋਂ। ਤਾਂ ਕਿਸੇ ਵੀ ਰੋ ਤੁਸੀਂ ਰੋ ਨੂੰ ਦੇਖ ਲਓ, ਉਹ 1 ਤੋਂ ਸਟਾਰਟ ਹੋ ਰਹੀ ਹੈ ਅਤੇ 1 ਤੋਂ ਵੀ ਐਂਡ ਹੋ ਰਹੀ ਹੈ। ਕਹਿਣ ਦਾ ਮਤਲਬ ਪਾਸਕਲ ਟ੍ਰਾਇੰਗਲ ਦੇ ਵਿੱਚ ਜਿਹੜੀ ਰੋ ਹੈ ਉਹ ਬਾਊਂਡਡ ਹੈ ਬਾਏ ਦਾ ਵੈਲਿਊ 1। ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਇੱਦਾਂ ਪੁੱਛਿਆ ਜਾ ਸਕਦਾ ਹੈ। ਅਗਰ ਅਸੀਂ ਥੋੜ੍ਹਾ ਜਿਹਾ ਹੋਰ ਆਬਜ਼ਰਵੇਸ਼ਨ ਦੇਖੀਏ ਪਿਛਲੀਆਂ ਐਕਸਪੈਂਸ਼ਨਸ ਦੇ ਵਿੱਚ, ਆਬਜ਼ਰਵੇਸ਼ਨ ਕੀ ਹੈਗੀ ਉਹ ਤੁਹਾਨੂੰ ਵੈਸੇ ਅੱਗੇ ਜਾ ਕੇ ਜ਼ਿਆਦਾ ਸਮਝ ਆਵੇਗਾ, ਪਰ ਥੋੜ੍ਹੀ ਜਿਹੀ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਇਹਨਾਂ ਆਬਜ਼ਰਵੇਸ਼ਨ ਦੀ x ਪਲਸ ਵਾਈ ਦੀ ਐਕਸਪੈਂਸ਼ਨ ਦੀ। ਵੀ ਜਦੋਂ ਅਸੀਂ ਇਹਨਾਂ ਐਕਸਪੈਂਸ਼ਨਸ ਨੂੰ ਦੇਖਦੇ ਹਾਂ x ਪਲਸ ਵਾਈ ਦੀ ਪਾਵਰ n ਦੀ ਐਕਸਪੈਂਸ਼ਨਸ ਨੂੰ, n ਕੁਝ ਵੀ ਹੋ ਸਕਦਾ ਹੋਲ ਨੰਬਰ, ਜਦੋਂ ਅਸੀਂ ਇਹਨਾਂ ਐਕਸਪੈਂਸ਼ਨਸ ਨੂੰ ਦੇਖਦੇ ਹਾਂ ਰਾਜੇ, ਅਤੇ ਜਦੋਂ ਸਾਡੇ ਕੋਲ ਨੰਬਰ ਆਫ ਟਰਮਸ ਜਿਹੜੀਆਂ ਨੇ ਉਹ ਕੀ ਹੋਣ, ਇਹ ਔਡ ਹੋਣ। ਹੁਣ ਸਾਡੇ ਕੋਲ ਇੱਥੇ ਨੰਬਰ ਆਫ ਟਰਮਸ ਕਿੰਨੀਆਂ ਨੇ 3, ਮਤਲਬ ਔਡ ਹੈ ਸਾਡੇ ਕੋਲ। ਤਾਂ ਉਸ ਕੇਸ ਦੇ ਵਿੱਚ ਜਿਹੜੀ ਸਾਡੀ ਮਿਡਲ ਟਰਮ ਹੋਵੇਗੀ ਐਕਸਪੈਂਸ਼ਨ ਦੀ, ਤਾਂ ਉਹਦਾ ਜਿਹੜਾ ਕੋਫੀਸ਼ੀਐਂਟ ਹੋਵੇਗਾ ਉਹ ਤਾਂ ਸਿੰਗਲ ਹੀ ਹੋਵੇਗੀ। ਮਿਡਲ ਟਰਮ ਸਿੰਗਲ ਹੈ ਕਿਉਂਕਿ ਸਾਡੇ ਕੋਲ ਟੋਟਲ 3 ਟਰਮਸ ਨੇ, ਤਾਂ ਮਿਡਲ ਟਰਮ ਕੀ ਹੋਊਗੀ 1 ਹੋਊਗੀ। ਉਹਦਾ ਕੋਫੀਸ਼ੀਐਂਟ ਦੇਖ ਲਓ ਤੁਸੀਂ 2 ਹੈ ਨਾ, ਕਿਸੇ ਨਾਲ ਨਹੀਂ ਮੈਚ ਹੋ ਰਿਹਾ। ਲੇਕਿਨ ਜਦੋਂ ਸਾਡੇ ਕੋਲ ਨੰਬਰ ਆਫ ਟਰਮਸ ਈਵਨ ਹੋ ਜਾਣਗੀਆਂ, ਹੁਣ ਸਾਡੇ ਕੋਲ ਇੱਥੇ ਨੰਬਰ ਆਫ ਟਰਮਸ ਕਿੰਨੀਆਂ ਨੇ 4, ਤਾਂ ਜਦੋਂ ਤੁਸੀਂ ਉਹਦੇ ਮਿਡਲ ਟਰਮ ਦੇਖੋਗੇ ਤਾਂ ਮਿਡਲ ਟਰਮ ਕਿਹੜੀ ਹੋਵੇਗੀ ਸਾਡੇ ਕੋਲ, ਆਹ ਹੋਵੇਗੀ ਮਿਡਲ ਟਰਮਸ।
2 ਤੇ 3 ਤਾਂ ਇਹਨਾਂ ਦੇ ਜਿਹੜੇ ਕੋਐਫੀਸ਼ੀਐਂਟਸ ਦੇਖੋਗੇ ਉਹ ਕੀ ਹੋਣਗੇ ਆਪਣੇ ਕੋਲ ਸੇਮ ਹੋਣਗੇ। ਫਿਰ ਅਸੀਂ ਅੱਗੇ ਵਧਦੇ ਹਾਂ, ਅਗਰ ਦੇਖੀਏ x + y ਦੀ ਪਾਵਰ 4 ਦੀ ਐਕਸਪੈਂਸ਼ਨ ਦੀ, ਤਾਂ ਇੱਥੇ ਸਾਡੇ ਕੋਲ ਨੰਬਰ ਆਫ ਟਰਮਸ ਕਿੰਨੀਆਂ ਹੋਣਗੀਆਂ, ਔਡ, ਕਹਿਣ ਦਾ ਮਤਲਬ 5 ਹੋਣਗੀਆਂ। ਮੈਂ ਨੰਬਰ ਆਫ ਟਰਮਸ ਦੀ ਗੱਲ ਕਰ ਰਿਹਾ, n ਦੀ ਗੱਲ ਨਹੀਂ ਕਰ ਰਿਹਾ। ਤਾਂ ਜਦੋਂ ਨੰਬਰ ਆਫ ਟਰਮਸ ਔਡ ਹੋਣਗੀਆਂ ਸਾਡੇ ਕੋਲ, ਤਾਂ ਮਿਡਲ ਟਰਮ ਕੀ ਹੋਵੇਗੀ, ਸਿੰਗਲ ਹੋਵੇਗੀ। ਤਾਂ ਤੁਸੀਂ ਮਿਡਲ ਟਰਮ ਜਦੋਂ ਸਾਡੇ ਕੋਲ ਨੰਬਰ ਆਫ ਟਰਮਸ ਈਵਨ ਹੋਣ ਰਜੇ, ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਜੋ ਮਿਡਲ ਟਰਮਸ ਨੇ ਉਹਨਾਂ ਦੇ ਕੋਐਫੀਸ਼ੀਐਂਟ ਕੀ ਹੋਣਗੇ, ਸੇਮ ਹੋਣਗੇ। ਜਦੋਂ ਸਾਡੇ ਕੋਲ ਨੰਬਰ ਆਫ ਟਰਮਸ ਈਵਨ ਹੈ ਤਾਂ ਉਹਨਾਂ ਦੇ ਮਿਡਲ ਟਰਮਸ ਦੇ ਕੋਐਫੀਸ਼ੀਐਂਟ ਕੀ ਹੋਣਗੇ, ਸੇਮ ਹੋਣਗੇ। ਇਸ ਕੇਸ 'ਚ ਦੇਖ ਲਓ, ਚਾਹੇ ਇਸ ਕੇਸ 'ਚ ਦੇਖ ਲਓ, ਚਾਹੇ ਇਸ ਕੇਸ 'ਚ ਸਾਡੇ ਕੋਲ ਨੰਬਰ ਆਫ ਟਰਮਸ 4 ਨੇ, ਇਸ ਕੇਸ 'ਚ ਨੰਬਰ ਆਫ ਟਰਮਸ 6 ਨੇ, ਠੀਕ ਹੈ। ਤੇ ਇਹਨਾਂ ਦੋਨਾਂ ਦੇ ਵਿੱਚ ਸਾਡੇ ਕੋਲ ਜਦੋਂ ਮਿਡਲ ਟਰਮ ਨੇ ਉਹਨਾਂ ਦੇ ਜਿਹੜੇ ਕੋਐਫੀਸ਼ੀਐਂਟ ਨੇ ਉਹ ਕੀ ਨੇ, ਸੇਮ ਦੇ ਰੱਖੇ ਨੇ। ਬਾਕੀ ਅੱਗੇ ਜਾ ਕੇ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਪੜ੍ਹਾਂਗੇ ਜਦੋਂ ਤੁਸੀਂ ਮਿਡਲ ਟਰਮ ਫਾਈਂਡ ਆਊਟ ਕਰਨੀ ਸਿੱਖਾਂਗੇ। ਤਾਂ ਇਸ ਤਰ੍ਹਾਂ x + y ਦੀ ਪਾਵਰ n ਦੀ ਐਕਸਪੈਂਸ਼ਨ ਨੂੰ ਫਾਈਂਡ ਆਊਟ ਕਰਨ ਲਈ ਅਸੀਂ ਜਿਹੜਾ ਹੈ ਹੁਣ ਤੱਕ ਆਬਜ਼ਰਵੇਸ਼ਨ ਦਾ ਸਹਾਰਾ ਲਿੱਤਾ, ਹੁਣ ਤੱਕ ਅਸੀਂ ਪਾਸਕਲ ਟ੍ਰਾਇੰਗਲ ਦਾ ਸਹਾਰਾ ਲਿੱਤਾ ਕੋਐਫੀਸ਼ੀਐਂਟਸ ਨੂੰ ਫਾਈਂਡ ਆਊਟ ਕਰਨ ਲਈ। ਲੇਕਿਨ ਸਾਡੇ ਕੋਲ ਕੋਈ ਵੀ ਇਹੋ ਜਿਹਾ ਮੈਥਡ ਨਹੀਂ ਸੀਗਾ ਜਿਹੜਾ ਕਿ ਲੈਂਥੀ ਨਾ ਹੋਵੇ, ਟਾਈਮ ਕੰਜ਼ਿਊਮਿੰਗ ਨਾ ਹੋਵੇ। ਅਤੇ ਅਸੀਂ ਜੇ x + y ਦੀ 27 ਪਾਵਰ ਦੇ ਰੱਖੀ ਹੋਵੇ ਸਾਨੂੰ, ਤਾਂ ਇਹਦੇ ਵਿੱਚ ਮੰਨ ਲਓ ਅਸੀਂ 13th ਟਰਮ ਫਾਈਂਡ ਆਊਟ ਕਰਨੀ ਹੈ, ਤਾਂ ਸਾਨੂੰ ਜਿਹੜਾ ਹੈ ਰਾਜੇ ਫਾਈਂਡ ਆਊਟ ਕਰਨ ਵਾਸਤੇ ਕੋਈ ਇਹੋ ਜਿਹਾ ਮੈਥਡ ਚਾਹੀਦਾ ਸੀ ਜਿਹਦੇ ਲਈ ਸਾਨੂੰ ਜ਼ਿਆਦਾ ਲੈਂਥੀ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਫਾਈਂਡ ਆਊਟ ਨਾ ਕਰਨਾ ਪਵੇ। ਤਾਂ ਇਹਦੇ ਲਈ ਫਿਰ ਸਾਡੇ ਕੋਲ ਕੀ ਆਇਆ, ਬਾਇਨੋਮੀਅਲ ਥਿਊਰਮ ਦਾ ਕੰਸੈਪਟ। ਲੇਕਿਨ ਅਸੀਂ ਇੱਥੇ ਜਿਹੜਾ ਪਹਿਲਾ ਪੜ੍ਹ ਰਹੇ ਹਾਂ ਬਾਇਨੋਮੀਅਲ ਥਿਊਰਮ ਫਾਰ ਪੋਜ਼ੀਟਿਵ ਇੰਟੀਜਰਸ ਓਨਲੀ, ਕਹਿਣ ਦਾ ਮਤਲਬ n ਆਪਣੇ ਕੋਲ ਕੀ ਹੈ, ਪੋਜ਼ੀਟਿਵ ਇੰਟੀਜਰ। ਅਤੇ ਪੋਜ਼ੀਟਿਵ ਇੰਟੀਜਰ ਕਹਿ ਲਓ, ਚਾਹੇ ਆਪਣੇ ਕੋਲ ਕੀ ਕਹਿ ਲਓ, ਨੈਚੁਰਲ ਨੰਬਰ ਕਹਿ ਲਓ, ਇੱਕੋ ਹੀ ਗੱਲ ਹੈ। ਤੇ n ਦੀ ਵੈਲਿਊ ਜਿਹੜੀ ਹੈ ਸਾਡੇ ਕੋਲ ਕਿੱਥੋਂ ਸਟਾਰਟ ਹੋਵੇਗੀ, 1 ਤੋਂ ਸਟਾਰਟ ਹੋਵੇਗੀ। ਹੁਣ ਆਪਣੇ ਕੋਲ ਇੱਥੇ ਬਾਇਨੋਮੀਅਲ ਐਕਸਪੈਂਸ਼ਨ ਕੀ ਹੈ, ਮੈਂ ਉਹ ਲਿਖੀ ਹੋਈ ਹੈ। ਕਹਿੰਦੇ x + y ਦੀ ਪਾਵਰ n ਨੂੰ ਅਸੀਂ ਅਗਰ ਬਾਇਨੋਮੀਅਲ ਥਿਊਰਮ ਦੇ ਅਕੋਰਡਿੰਗ ਐਕਸਪੈਂਡ ਕਰਨਾ ਹੈ ਤਾਂ ਉਹ ਹੋਊਗੀ NC0 x ਦੀ ਪਾਵਰ n y ਦੀ ਪਾਵਰ 0। ਕਿਸ ਤਰ੍ਹਾਂ ਇਹਨੂੰ ਲਿਖਿਆ, ਅਗਰ ਆਪਣੇ ਕੋਲ n ਹੈ ਇੱਥੇ ਪਾਵਰ, ਤਾਂ NC0 x n - 0, ਇਹਨਾਂ ਦੋਨਾਂ ਨੂੰ ਅਸੀਂ ਮਾਈਨਸ ਕਰਾਂਗੇ। y ਜੋ ਆਪਣੇ ਕੋਲ ਵੈਲਿਊ ਦੇ ਰੱਖੀ ਹੈ ਇੱਥੇ s ਦੀ, ਇਸ ਨੂੰ ਮੈਂ s ਬੋਲਦਾ ਹੁੰਦਾ, ਜੋ ਆਪਣੇ ਕੋਲ ਵੈਲਿਊ ਦੇ ਰੱਖੀ ਹੈ ਇੱਥੇ s ਦੀ, ਉਹ y ਦੇ ਉੱਪਰ ਲਿਖ ਦਾਂਗੇ। ਫਿਰ ਲਿਖਾਂਗੇ ਪਲੱਸ, ਫਿਰ NC1 x n - 1 n - 1 ਕਰਾਂਗੇ ਅਤੇ y ਦੀ ਪਾਵਰ ਕਿੰਨੀ ਆ ਜੂ 1। ਇਸੇ ਤਰ੍ਹਾਂ ਅਸੀਂ ਐਕਸਪੈਂਸ਼ਨ ਜਿਹੜੀ ਕੰਟੀਨਿਊ ਰੱਖਾਂਗੇ ਇੱਥੋਂ ਤੱਕ NCn x ਦੀ ਪਾਵਰ ਕਿੰਨੀ ਹੋ ਜੂ 0, y ਦੀ ਪਾਵਰ ਕਿੰਨੀ ਹੋ ਜੂਗੀ, n ਹੋ ਜੂਗੀ। ਤਾਂ ਇਸ ਤਰ੍ਹਾਂ ਅਸੀਂ ਬਾਇਨੋਮੀਅਲ ਐਕਸਪੈਂਸ਼ਨ ਨੂੰ ਜਿਹੜਾ ਇੰਟਰੋਡਿਊਸ ਕਰਵਾਇਆ ਜਦੋਂ ਅਸੀਂ x + y ਦੀ ਪਾਵਰ n ਨੂੰ ਐਕਸਪੈਂਡ ਕਰ ਰਹੇ ਸੀ, ਅਤੇ n ਆਪਣੇ ਕੋਲ ਕੀ ਹੈ ਇੱਥੇ, ਪੋਜ਼ੀਟਿਵ ਇੰਟੀਜਰ ਜਾਂ ਫਿਰ ਨੈਚੁਰਲ ਨੰਬਰ ਕਹਿ ਲਓ। ਹੁਣ ਇਸ ਐਕਸਪੈਂਸ਼ਨ ਦੇ ਵਿੱਚ ਸਾਡੇ ਕੋਲ ਇੱਕ ਇੱਥੇ ਕੈਪੀਟਲ C ਲਿਖਿਆ। ਕੈਪੀਟਲ C ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਰਿਪਰੈਜ਼ੈਂਟ ਕਰ ਰਿਹਾ ਕੰਬੀਨੇਸ਼ਨ ਨੂੰ। ਕੰਬੀਨੇਸ਼ਨ ਦੇ ਉੱਪਰ ਪੂਰੇ ਦਾ ਪੂਰਾ ਇੱਕ ਚੈਪਟਰ ਆ ਸਾਡੇ ਕੋਲ, ਸਾਡੇ ਮਾਸਟਰ ਕਾਡਰ ਦੇ ਐਗਜ਼ਾਮ ਦੇ ਵਿੱਚ, ਪੇਪਰ ਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਵੀ ਬਣਦੇ ਨੇ ਇਹਦੇ ਤੋਂ। ਤਾਂ ਕੰਬੀਨੇਸ਼ਨ ਦੀ ਗੱਲ ਕਰੀਏ ਤਾਂ ਕੰਬੀਨੇਸ਼ਨ ਦੇ ਵਿੱਚ ਸਾਡੇ ਕੋਲ ਰਜੇ ਕੁਝ ਸ਼ਾਰਟਕਟਸ ਜਿਹੜੇ ਅਸੀਂ ਯੂਜ਼ ਕਰਨੇ ਨੇ। ਕੰਬੀਨੇਸ਼ਨ ਦਾ ਫੁੱਲ ਫਲੈਜ ਜਿਹੜਾ ਕੰਸੈਪਟ ਆ ਉਹ ਅਸੀਂ ਚੈਪਟਰ ਦੇ ਵਿੱਚ ਪੜ੍ਹਾਂਗੇ, ਪਰ ਅਸੀਂ ਇਹਦੇ ਵਿੱਚ ਸ਼ਾਰਟਕਟਸ ਜਿਹੜੇ ਯਾਦ ਰੱਖਣੇ ਨੇ। ਹੁਣ ਉਸ ਤੋਂ ਬਾਅਦ ਬਾਇਨੋਮੀਅਲ ਜਿਹੜੀ ਥਿਊਰਮ ਹੈ, ਐਕਸਪੈਂਸ਼ਨ ਹੈ x + y ਦੀ n ਯੂਜ਼ ਕਰਕੇ ਅਸੀਂ ਕੀਤੀ, x + y ਦੀ n ਦੀ ਐਕਸਪੈਂਸ਼ਨ ਬਾਇਨੋਮੀਅਲ ਥਿਊਰਮ ਦੇ ਥਰੂ ਕੀਤੀ। ਤਾਂ ਇਹਦੇ ਵਿੱਚ ਸਾਡੇ ਕੋਲ ਰਜੇ ਕੀ ਹੈ, ਜੋ ਵੀ ਸਾਡੇ ਕੋਐਫੀਸ਼ੀਐਂਟਸ ਨੇ, ਚਾਹੇ NC0 ਕਹੋ, NC1 ਕਹੋ, NC2 ਕਹੋ, NC3 ਕਹੋ, ਇਹ ਸਾਰੇ ਸਾਡੇ ਕੋਲ ਕੀ ਨੇ, ਬਾਇਨੋਮੀਅਲ ਕੋਐਫੀਸ਼ੀਐਂਟਸ ਨੇ। ਯਾਦ ਰੱਖਿਓ, ਇਹ ਸਾਡੇ ਕੋਲ ਕੀ ਨੇ, ਬਾਇਨੋਮੀਅਲ ਕੋਐਫੀਸ਼ੀਐਂਟ ਨੇ। ਤੁਸੀਂ ਚਾਹੇ x + y ਦੀ ਪਾਵਰ ਕਿਸੇ ਵੀ ਟਰਮ ਦੀ ਐਕਸਪੈਂਸ਼ਨ ਕਰ ਰਹੇ ਹੋ, ਤਾਂ ਉਹਦੇ ਵਿੱਚ ਸਾਡੇ ਜਿਹੜੇ ਬਾਇਨੋਮੀਅਲ ਕੋਐਫੀਸ਼ੀਐਂਟਸ ਨੇ ਉਹ ਕੀ ਹਮੇਸ਼ਾ ਆਹੀ ਰਹਿਣਗੇ, NC0 NC1 NC2 NC3, ਹੈ ਨਾ। n ਦੀ ਵੈਲਿਊ ਜੋ ਵੀ ਹੋਊਗੀ ਤੁਸੀਂ ਇੱਥੇ ਪੁੱਟ ਕਰ ਦੋਗੇ। ਅਗਰ ਅਸੀਂ x + y ਦੀ ਪਾਵਰ 9 ਦੀ ਐਕਸਪੈਂਸ਼ਨ ਫਾਈਂਡ ਆਊਟ ਕਰ ਰਹੇ ਹਾਂ, ਤਾਂ ਤੁਸੀਂ ਸਭ ਤੋਂ ਪਹਿਲੀ ਟਰਮ ਦੇ ਵਿੱਚ ਜਿਹੜਾ ਬਾਇਨੋਮੀਅਲ ਕੋਐਫੀਸ਼ੀਐਂਟ ਹੋਊਗਾ ਉਹ NC0 ਹੋਊਗਾ। ਸੈਕਿੰਡ ਟਰਮ ਦਾ ਬਾਇਨੋਮੀਅਲ ਕੋਐਫੀਸ਼ੀਐਂਟ NC1 ਹੋਊਗਾ। ਫਿਰ ਥਰਡ ਟਰਮ ਦਾ ਕੋਐਫੀਸ਼ੀਐਂਟ NC2 ਹੋਊਗਾ। ਠੀਕ ਹੈ ਜੀ। ਤਾਂ ਇਹਦਾ ਮਤਲਬ ਕੀ ਹੈ, ਤੁਸੀਂ ਬਾਇਨੋਮੀਅਲ ਕੋਐਫੀਸ਼ੀਐਂਟ ਜਿਹੜੇ ਆ ਸਾਡੇ ਉਹ ਚੇਂਜ ਨਹੀਂ ਹੁੰਦੇ, ਚਾਹੇ n ਦੀ ਵੈਲਿਊ ਜਿਹੜੀ ਹੈ ਕੁਝ ਵੀ ਚੇਂਜ ਕਰੀ ਜਾਓ। ਠੀਕ ਹੈ, n ਦੀ ਵੈਲਿਊ ਚੇਂਜ ਕਰਨਾ ਸਾਡੇ ਬਾਇਨੋਮੀਅਲ ਕੋਐਫੀਸ਼ੀਐਂਟ ਦੇ ਜਿਹੜੇ ਕੰਸੈਪਟ 'ਤੇ ਆ ਉਹ 'ਤੇ ਕੋਈ ਇਫੈਕਟ ਨਹੀਂ ਪੈਂਦਾ ਗਾ, ਹੈ ਨਾ। ਉਹ ਹਮੇਸ਼ਾ NC0 NC1 NC2 NC3 ਇੱਦਾਂ ਰਹੂਗਾ। ਫਸਟ ਟਰਮ ਦਾ
ਆਪਣੇ ਕੋਲ T1 ਇਹਨੂੰ ਅਸੀਂ T2 ਬੋਲਦੇ ਹਾਂ, ਇਹਨੂੰ ਅਸੀਂ T3 ਬੋਲਦੇ ਹਾਂ, ਇਹਨੂੰ ਅਸੀਂ T4 ਬੋਲਦੇ ਹਾਂ। ਤਾਂ ਫਸਟ ਟਰਮ ਦਾ ਬਾਇਨੋਮੀਅਲ ਕੋਫੀਸ਼ੀਐਂਟ ਹਮੇਸ਼ਾ ਇਹ ਰਹੂਗਾ। ਤੇ ਅਗਰ ਗੱਲ ਕਰੀਏ ਇਕੱਲੇ ਕੋਫੀਸ਼ੀਐਂਟਸ ਦੀ ਤਾਂ ਇਹਨਾਂ ਦੋਨਾਂ ਦਾ ਡਿਫਰੈਂਸ ਬਾਇਨੋਮੀਅਲ ਕੋਫੀਸ਼ੀਐਂਟ ਤੇ ਕੋਫੀਸ਼ੀਐਂਟ ਦਾ ਡਿਫਰੈਂਸ ਵੀ ਅਸੀਂ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ। ਹੁਣ ਅਸੀਂ ਵਾਪਸ ਆਉਂਦੇ ਹਾਂ ਬਾਇਨੋਮੀਅਲ ਥਿਊਰਮ ਦੇ ਵਿੱਚ। ਬਾਇਨੋਮੀਅਲ ਥਿਊਰਮ ਦੇ ਵਿੱਚ ਕੀ ਹੈ ਰਾਜੇ, ਜੋ ਐਕਸ ਤੇ ਵਾਈ ਸਾਡੇ ਕੋਲ ਵੇਰੀਏਬਲਸ ਨੇ ਉਹ ਕੀ ਨੇ, ਰੀਅਲ ਨੰਬਰਸ ਨੇ, ਕੁਝ ਵੀ ਵੈਲਿਊ ਹੋ ਸਕਦੀ ਹੈ ਉਹਨਾਂ ਦੀ, ਕੋਈ ਵੀ ਰੀਅਲ ਵੈਲਿਊ ਹੋ ਸਕਦੀ ਹੈ ਉਹਨਾਂ ਦੀ, ਤੇ ਐਨ ਕੀ ਆਪਣੇ ਕੋਲ ਪੋਜ਼ਿਟਿਵ ਇੰਟੀਜਰ ਹੈ। ਇਸ ਤੋਂ ਜਿਹੜੀਆਂ ਆਬਜ਼ਰਵੇਸ਼ਨਸ ਨੇ ਇਸ ਐਕਸਪੈਂਸ਼ਨ ਨੂੰ ਲੈ ਕੇ, ਉਹ ਆਬਜ਼ਰਵੇਸ਼ਨ ਨੂੰ ਥੋੜ੍ਹਾ ਧਿਆਨ ਨਾਲ ਦੇਖ ਲੈਂਦੇ ਹਾਂ। ਪਹਿਲੀ ਆਬਜ਼ਰਵੇਸ਼ਨ ਤਾਂ ਅਸੀਂ ਆਲਰੇਡੀ ਡਿਸਕਸ ਕੀਤੀ ਹੈ ਵੀ ਨੰਬਰ ਆਫ ਟਰਮਸ ਜਿਹੜੀਆਂ ਹੁੰਦੀਆਂ ਨੇ ਐਕਸਪੈਂਸ਼ਨ ਦੇ ਵਿੱਚ ਉਹ ਕੀ ਹੁੰਦੀਆਂ ਨੇ n+1। ਸੈਕਿੰਡ ਜਿਹੜੀ ਆ ਉਹ ਵੀ ਅਸੀਂ ਡਿਸਕਸ ਕੀਤੀ ਹੈ ਕਿ x ਦੀ ਪਾਵਰ ਜਿਹੜੀ ਹੈ ਘਟਦੀ ਜਾਊਗੀ, y ਦੀ ਪਾਵਰ ਜਿਹੜੀ ਹੈ ਵੱਧਦੀ ਜਾਊਗੀ ਇਨ ਦਾ ਐਕਸਪੈਂਸ਼ਨ ਆਫ x+y ਦੀ ਪਾਵਰ n। ਥਰਡ ਜਿਹੜੀ ਆਬਜ਼ਰਵੇਸ਼ਨ ਉਹ ਵੀ ਅਸੀਂ ਡਿਸਕਸ ਕੀਤੀ ਇਨ ਐਵਰੀ ਟਾਈਮ ਸਮ ਆਫ ਪਾਵਰਸ ਆਫ x ਐਂਡ y ਇਜ਼ n। फोर्थ की है बायनोमियल कोफिशिएंट्स ऑफ द टर्म्स आर NC0 NC1 NC2 NCn, ये भी असी हुणी डिस्कस किया। तो फिफ्थ जी ऑब्जरवेशन है जी उन्होंने थोड़ा जिहा डिस्कस कर लेने। सब तो पहला अगर तुसी देखो भी जिहड़ा फस्ट साडे कोल कोफिशिएंट है वो की है अपने कोल NC0, सैकेंड टर्म का कोफिशिएंट है NC1, तो जे असी लास्ट टर्म वाल जाइए तो वह कोफिशिएंट है NCn। तो जे उस तो एक पहला असी फाइंड आउट करिए कोफिशिएंट तो वो अपने कोल की होगा, वो होगा NCn-1, एक घट होगा। तो देखो इत्थे NC3 है, इत्थे NC2 है, इत्थे NC1 है, इत्थे NC0 है। तो जिहड़ी एक टर्म है एक पहला वाली टर्म है, टर्म तो एक पहला वाली टर्म है, वह कोफिशिएंट की होगा घट होगा ना, इत्थे NCn-1 आ जाऊगा। तो उस तो बाद अगर देखिए जो एक्स ते वाई साडे कोल वेरीएबल्स ने वो अपन की दे रखे ने, रियल नंबर्स दे रखे ने, तो एन की है पॉजिटिव इंटीजर दे रखे है। x+y की पावर n की एक्सपेंशन दे विच असी कुछ ऑब्जरवेशनस कीतियां सीगियां। पहली ऑब्जरवेशन की सी भी नंबर ऑफ टर्म्स जिहड़ियां होणगियां वो एक ज़्यादा होगी पावर तो एक्सपोनेंट तो। सैकेंड ऑब्जरवेशन की सी x की पावर जिहड़ी है घटदी जाऊगी तो y की पावर की है वधदी जाऊगी बाय 1। तो थर्ड ऑब्जरवेशन की सी भी x ते y की जिहड़ी पावर्स ने उहदा सम बराबर होगा n दे। फोर्थ जी इस ऑब्जरवेशन सी भी जोड़े बायनोमियल कोफिशिएंट्स ने वो की ने अपने को NC0 NC1 NC2 NCn। फिफ्थ ऑब्जरवेशन की है वो बारे थोड़ा डिस्कस कर लेने। कहते जोड़े कोफिशिएंट ने NC0 तो ये साढ़े को फस्ट टर्म का कोफिशिएंट है, ये सैकेंड टर्म का कोफिशिएंट है, ये अपने को की है थर्ड टर्म का कोफिशिएंट है, इतने 2 आऊगा। अपने को T1 T2 T3 टर्म्स के कोफिशिएंट ने, ठीक है। तो अगर असी गल करिए लास्ट टर्म की जो कि सानू दे रखी है NCn, ये कि अपने को लास्ट टर्म का कोफिशिएंट, लास्ट टर्म का कोफिशिएंट है। तो इस तो एक पहला जी इस तो पहला वाली टर्म होगी वह कोफिशिएंट की होगा, वो एक घट होगा। कहने का मतलब वो की होगा NCn-1 होगा, घट होगा ना जे इस तो। तुसी ये देखो भी साडे कोल फिफ्थ ऑब्जरवेशन कहती है भी जिहड़ा फस्ट कोफिशिएंट है वो बराबर है लास्ट कोफिशिएंट के, जिहड़ा सैकेंड टर्म का कोफिशिएंट है फस्ट टर्म का कोफिशिएंट है वो बराबर है लास्ट टर्म के कोफिशिएंट के, जिहड़ा साडे कोल सैकेंड टर्म का कोफिशिएंट है वो बराबर है साडे कोल सैकेंड लास्ट टर्म के कोफिशिएंट के, जिहड़ा थर्ड टर्म का कोफिशिएंट है वो बराबर है साडे कोल लास्ट थर्ड टर्म के कोफिशिएंट के। ये किस तरह इनू भी असी प्रूव करते हैं, लेकिन ऑब्जरवेशन पहला पढ़ लो। द बायनोमियल कोफिशिएंट ऑफ टर्म्स इक्वी डिस्टेंस फ्रॉम द बिगनिंग एंड एंड आर इक्वल, भी इक्वल डिस्टेंस ते जिहड़ा साडे कोल शुरू तो एंड दी जिहड़ी टर्म्स ने उन्हां दे बायनोमियल कोफिशिएंट्स की ने आपां नूं दे रखे ने इक्वल ने, है ना। उन्हां नूं किवें प्रूव कर किवें इस फिफ्थ ऑब्जरवेशन नूं असीं वैलिड प्रूव करांगे या फिर उसनूं किस तरह जिहड़ा है सही ठहरावांगे, उस असीं बेसिक्स ऑफ कंबीनेशनस तो पढ़न तो बाद गल करते हैं। सब तो पहला कंबीनेशनस के बेसिक शॉर्टकट्स या फिर कंबीनेशन के बेसिक फॉर्मूले जो सानू यूज़ होने ने वो मैं इत्थे लिख रहा। सब तो बेसिक फॉर्मूला कहते जे तुसी NC0 की गल करिए तो NC0 या फिर NCS की गल करिए तो NCS नूं असीं की लिख सकते हैं, उन्होंने लिख सकते हैं n फैक्टोरियल अपॉन n - s फैक्टोरियल s फैक्टोरियल। एग्जाम्पल के नाल समझते हैं, कहते सानू 9C2 फाइंड आउट करना है तो असीं इहनूं लिखांगे 9 फैक्टोरियल अपॉन 9 - 2 फैक्टोरियल 2 फैक्टोरियल।
ਤਾਂ 9 ਫੈਕਟੋਰੀਅਲ ਨੂੰ ਕਿਸ ਤਰ੍ਹਾਂ ਲਿਖਦੇ ਹੁੰਦੇ ਆ, ਉਹ ਲਿਖਦੇ ਹੁੰਦੇ 9 × 8 × 7 × 6 × 5 × 4 × 3 × 2 × 1 डिवाइडेड बाय 9 - 2 फैक्टोरियल का मतलब है 7 फैक्टोरियल। तो 7 फैक्टोरियल का मतलब है 7 × 6 × 5 × 4 × 3 × 2 × 1 तो फिर उस तो बाद 2 फैक्टोरियल वह मतलब है 2 × 1। तो ये सारे सॉल्व करके तुहाडे कोल किहदी वैल्यू आ जाऊगी 9C2 की वैल्यू आ जाऊगी, जिन्हों असीं यूज़ करांगे बायनोमियल एक्सपेंशन दे विच, बायनोमियल थ्योरम दे विच एक्सपेंड करने लई। तो इस तरह राजे तुसी सब तो बेसिक जिहड़ा फॉर्मूला है अपने कोल NCS सॉल्व करन दा कंबीनेशन दा वो असीं कीता। लेकिन अगर तुसी देखिया भी कैलकुलेशन कितनी वड्डी सीगी, सिर्फ 9C2 कैलकुलेट करना सी तो उहदी कैलकुलेशन देख लो कितनी ज़्यादा लेंथी सीगी। तो इसलिए असीं की फॉर्मूला यूज़ करते हैं, असीं यूज़ करते हैं शॉर्टकट का फॉर्मूला। शॉर्टकट का फॉर्मूला की है साडे कोल, कहते जे तुसी NC0 फाइंड आउट करना है, शॉर्टकट की है साडे कोल, कहते जे तुसी NC0 फाइंड आउट करना है तो जब तुसी उन्होंने फाइंड आउट करोगे तो तुहाडे कोल वैल्यू 1 आऊगी। फाइंड आउट करके भी देखांगे। थर्ड की है अपने कोल शॉर्टकट की है, कहते जे तुसी NCN फाइंड आउट करना है तो तुहाडे कोल वैल्यू 1 आऊगी। चलो जी असीं क्या भी असीं नहीं मानते, इसका सॉल्व करके देखांगे। तो अपने कोल कितना आ जाऊगा N - 0 फैक्टोरियल 0 फैक्टोरियल 0 फैक्टोरियल रजे 1 होंदा है, ये चीज़ का ध्यान होना चाहिए तुहानूं। तो इत्थे अपने कोल N - 0 फैक्टोरियल की बन गया, N फैक्टोरियल ही बन गया। तो जो असीं इसनूं कैंसल आउट किया तो साडे कोल NC0 फाइंड आउट कर रहे सी, कितना आ गया 1 के बराबर आ गया। इनू भी प्रूव कर लेने NCN नूं असीं की लिख सकते हैं N फैक्टोरियल अपॉन N - N फैक्टोरियल इंटू N फैक्टोरियल। N - N कितना आ गया 0 तो 0 फैक्टोरियल कितना होंदा अपने कोल 1 होंदा है। ठीक है जी, कितना आ गया N फैक्टोरियल अपॉन N फैक्टोरियल बराबर कि आ गया 1 दे। तो इत्थों आपां चीज़ की समझ आ गई कि NC0 तो NCN वो की होंगे 1 होंगे। कहने का मतलब 9C0 वो भी 1 है, 8C0 वो भी 1 है, 6C0 वो भी 1 है। N की कोई भी वैल्यू N की कोई भी वैल्यू N की किहड़ी वैल्यू होनी चाहिए साडे कोल, असीं इत्थे लिखिया सीगा पॉजिटिव इंटीजर या फिर नैचुरल नंबर कह सकते हैं। तो N की कोई भी इहो जी वैल्यू नैचुरल नंबर नूं बिलोंग करती होवे तो ਉਹਦੇ ਲਈ अगर असी इस तरह का कंबीनेशन बनावांगे तो कि बराबर आजू 1 ਦੇ इक्वल आजू NC0 ऑलवेज इक्वल टू 1। तो असी गल करिए NCN की तो वह मतलब की है कि 9C9 है या फिर 8C8 है, 6C6 है या फिर 5C5 है, 4C4 है, कोई भी नैचुरल नंबर है तो उस अगर उन्होंने इस तरह के कंबीनेशन च लिखांगे तो वही वैल्यू भी कितनी आऊगी 1 आऊगी। असी इनू प्रूव करके भी देख लिया है ना, सॉल्व करके प्रॉपर यदा फॉर्मूला यूज़ करके कंबीनेशन का वो भी देख लिया। हुण अगर गल करिए फोर्थ शॉर्टकट की, फोर्थ शॉर्टकट जिहड़ा रजे होर भी ज़्यादा जिहड़ा यूज़ हुंदा गा, बहुत यूज़ होने वाला फॉर्मूला। अगर फोर्थ फॉर्मूले की गल करिए, कहते जे साडे कोल NCS दे रखिया, अगर साडे कोल NCS दे रखिया तो वह बराबर हुंदा NCN - S दे। एग्जाम्पल ना समझते हैं। हुण असीं फाइंड आउट किया सी इत्थे 9C2 तो कितना डिफिकल्ट सी 9 फैक्टोरियल अपॉन 9 - 2 फैक्टोरियल 2 फैक्टोरियल लिखा। फिर असीं इसनूं लिखा 9 × 8 × 7 × 6 × है ना सारा। फिर इत्थे 7 फैक्टोरियल नूं असीं की लिखा 7 × 6 × 5 × 2 आ फैक्टोरियल आ गई सी सारा। तो काफ़ी लंबी खासी जिहड़ी अपनी बन जाती है कैलकुलेशन। पर जे साडे कोल जे मान लो इस तरह होवे कि 11C2 होवे तो 11C2 अपने कोल किवें लिख सकते हैं, उन्होंने लिख सकते हैं, उन्होंने लिख सकते हैं 11C 11 - 2 तो की बन गया अपने कोल 11C9 बन गया। हुण जे मान लो अपने कोल 11C10 होवे तो 11C10 नूं की लिख सकते हैं 11C 11 - 10 कहने का मतलब 11C1 लिख सकते हैं। ये जिहड़ा फॉर्मूला है ਇਹਦਾ यूज़ कित्थे हुंदा है तो जिहड़ी ये अपने कोल कैलकुलेशनस है इनू असी होर ज़्यादा ईजी किवें बना सकते हैं। तुसीं वो देखो आ जिहड़े फॉर्मूले ने, आ जिहड़ी शॉर्टकट ने, ये तो सिर्फ फस्ट तो लास्ट टर्म वास्ते है। तुसीं देखोगे कि 9C0 है जिहड़ी वो फस्ट टर्म होगी तो 9C9 आ वो लास्ट टर्म होगी। तो जिहड़ा फॉर्मूला सैकेंड तो थर्ड है ये सिर्फ फस्ट तो लास्ट टर्म लिए यूजफुल है। पर जे गल करिए असी फस्ट फॉर्मूले की शॉर्टकट की भी साडे कोल अगर एड्डी वड्डी कैलकुलेशन आ जाए तो उन्होंने किवें सिंपलीफाई करना है। तो जिहड़ा फोर्थ फॉर्मूला है वो कित्थे इंपॉर्टेंट है तो रजे ये दोनों गल्लां ही फिफ्थ शॉर्टकट के नाल रिलेटिड है। फिफ्थ शॉर्टकट कहता है कि जे तुहाडे कोल NC2 फाइंड आउट करना है तो
ਤਾਂ ਤੁਸੀਂ ਨਿਊਮੀਨੇਟਰ ਦੇ ਵਿੱਚ n ਦੀ ਜਿਹੜਾ ਆਪਣੇ ਕੋਲ ਫੈਕਟੋਰੀਅਲ ਹੈ ਉਹਨੂੰ ਉੱਥੋਂ ਤੱਕ ਰਿਜ਼ੋਲਵ ਕਰੋਗੇ ਜਿੱਥੋਂ ਤੱਕ ਸਾਡੇ ਕੋਲ ਆਹ s ਦੀ ਵੈਲਿਊ ਦੇ ਰੱਖੀ ਹੈ ਉਹਨਾਂ। ਕਹਿਣ ਦਾ ਮਤਲਬ ਆਪਣੇ ਕੋਲ n ਮਾਈਨਸ 1 ਕਿਉਂ, ਕਿਉਂਕਿ n ਫੈਕਟੋਰੀਅਲ ਕਾਹਦੇ ਬਰਾਬਰ ਹੁੰਦਾ n ਮਾਈਨਸ 1 n ਮਾਈਨਸ 2 n ਮਾਈਨਸ 3 ਇੱਦਾਂ ਰਿਜ਼ੋਲਵ ਕਰਦੇ ਜਾਵਾਂਗੇ ਨਾ, ਠੀਕ ਹੈ ਜੀ। ਪਰ ਜੇ ਕਹਿੰਦੇ ਵੀ ਜੇ ਸਾਡੇ ਕੋਲ ਇੱਥੇ 2 ਲਿਖਿਆ ਤਾਂ ਸਿਰਫ 2 ਟਰਮਸ ਹੀ ਆਉਣਗੀਆਂ n ਤੇ n ਮਾਈਨਸ 1। ਜੇ ਮੰਨ ਲਓ ਇੱਥੇ 3 ਲਿਖਿਆ ਹੁੰਦਾ ਤਾਂ ਆਪਣੇ ਕੋਲ ਕੀ ਆ ਜਾਣਾ ਸੀ n ਮਾਈਨਸ 1 n ਮਾਈਨਸ 2, ਤਾਂ 3 ਟਰਮ ਤੱਕ ਰਿਜ਼ੋਲਵ ਕਰਦੇ। ਪਰ ਇੱਥੇ 2 ਹੈ ਇਸ ਕਰਕੇ ਅਸੀਂ 2 ਟਰਮਸ ਤੱਕ ਹੀ ਰਿਜ਼ੋਲਵ ਕਰਨਾ ਹੈ। ਤੇ ਨੀਚੇ ਕਿੰਨਾ ਆ ਜਾਊਗਾ ਜਿਹੜਾ ਆਪਣੇ ਕੋਲ s ਦੇ ਰੱਖਿਆ ਉਹਦਾ ਫੈਕਟੋਰੀਅਲ, ਕਹਿੰਦਾ ਮਤਲਬ 2 × 1। ਹੁਣ ਇਹ ਜਿਹੜਾ ਆਪਣੇ ਕੋਲ ਫਾਰਮੂਲਾ ਹੈ ਇਹ ਕਿਵੇਂ ਯੂਜ਼ ਹੋਊਗਾ ਇਸ ਨੂੰ ਈਜ਼ੀ ਕਰਨ ਦੇ ਵਿੱਚ। ਸਾਡੇ ਕੋਲ ਕੀ ਦੇ ਰੱਖਿਆ 9c2, ਪਰ ਜੇ ਅਸੀਂ 9c2 ਨੂੰ ਡਾਇਰੈਕਟ ਫਾਈਂਡ ਆਊਟ ਕਰੀਏ ਤਾਂ ਆਹ ਫਾਰਮੂਲਾ ਹੈ। ਲੇਕਿਨ ਅਸੀਂ ਹੁਣ ਕੀ ਕਵਾਂਗੇ ਵੀ 9 ਦਾ ਫੈਕਟੋਰੀਅਲ ਉਦੋਂ ਤੱਕ ਰਿਜ਼ੋਲਵ ਕਰਨਾ ਹੈ ਜਿਹਦਾ s ਦੀ ਵੈਲਿਊ ਦੇ ਰੱਖੀ ਉਨੀ ਟਰਮਸ ਤੱਕ ਰਿਜ਼ੋਲਵ ਕਰਨਾ ਹੈ। ਤਾਂ 2 ਲਿਖਿਆ ਤਾਂ 2 ਟਰਮਸ ਤੱਕ ਰਿਜ਼ੋਲਵ ਕਰਨਾ 9 × 8 ਬਸ ਜੀ, 9 × 8 ਤੇ ਰੁਕ ਜਾਣਾ। ਕਹਿਣ ਦਾ ਮਤਲਬ 9 ਫੈਕਟੋਰੀਅਲ ਵੈਸੇ ਤਾਂ ਅਸੀਂ ਰਿਜ਼ੋਲਵ ਕਰਾਂਗੇ ਇਸ ਤਰ੍ਹਾਂ ਸਾਰਾ, ਪਰ ਕਿਉਂਕਿ ਨੀਚੇ 2 ਹੈ ਤਾਂ ਸਿਰਫ ਅਸੀਂ ਪਹਿਲੀਆਂ 2 ਟਰਮਸ ਲਵਾਂਗੇ 9 × 8 ਤੇ ਨੀਚੇ ਕੀ ਆਊਗਾ 2 × 1। 2 ਟਰਮਸ ਉੱਪਰ 2 ਟਰਮਸ ਨੀਚੇ, ਜੇ ਇੱਥੇ 2 ਹੈ, ਜੇ ਇੱਥੇ 3 ਹੈ ਤਾਂ 3 ਟਰਮਸ ਉੱਪਰ 3 ਟਰਮਸ ਨੀਚੇ, 4 ਹੈ ਤਾਂ 4 ਟਰਮਸ ਉੱਪਰ 4 ਟਰਮਸ ਨੀਚੇ। ਤਾਂ ਕਹਿਣ ਦਾ ਮਤਲਬ ਆ ਜਿੰਨਾ ਛੋਟਾ ਹੋਊਗਾ ਇਹ ਵੈਲਿਊ ਉਨਾ ਜ਼ਿਆਦਾ ਸਾਡੇ ਲਈ ਸੌਖਾ ਹੈਗਾ। ਜੇ ਮੰਨ ਲਾ 21 ਹੈ ਤਾਂ 21 ਟਰਮਸ ਰਿਜ਼ੋਲਵ ਕਰਾਂਗੇ ਉਹ ਆਪਣੇ ਲਈ ਮੁਸ਼ਕਿਲ ਹੈ। ਤਾਂ ਆਹ ਵੈਲਿਊ ਜਿਹੜੀ ਆਪਣੇ ਕੋਲ ਜਿੰਨੀ ਛੋਟੀ ਹੋਊਗੀ ਉਨਾ ਸਾਨੂੰ ਕੀ ਹੋਊਗਾ ਈਜ਼ੀ ਹੋਊਗਾ। ਤਾਂ ਹੁਣ ਇੱਥੋਂ ਆਪਣੇ ਕੋਲ ਸੋਲਵ ਕਰਕੇ ਕਿੰਨਾ ਆਨਸਰ ਆ ਗਿਆ 36। ਤਾਂ ਤੁਸੀਂ ਇਹਨੂੰ ਸੋਲਵ ਕਰ ਲਿਓ ਸਾਰੇ ਨੂੰ ਇਸ ਮੈਥਡ ਦੇ ਨਾਲ, ਤਾਂ ਤੁਹਾਡੇ ਕੋਲ ਕਿੰਨਾ ਆਊਗਾ 36 ਹੀ ਆਊਗਾ। ਚੈੱਕ ਕਰਕੇ ਜ਼ਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਕੁਝ ਗਲਤ ਹੋਇਆ ਤਾਂ ਮੈਂ ਜਿਹੜਾ ਹੈ ਉਸ ਨੂੰ ਠੀਕ ਕਰ ਦੂੰਗਾ ਰਾਜੇ। ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਡਾਊਟਸ ਦੇ ਸਕਦੇ ਹੋ, ਮੈਂ ਉਸ ਨੂੰ ਜਿਹੜਾ ਤੁਹਾਨੂੰ ਡਾਊਟ ਨੂੰ ਕਲੀਅਰ ਕਰ ਦੂੰਗਾ। ਕੋਈ ਵੀ ਅਗਰ ਕੁਝ ਵੀ ਮਿਸਟੇਕ ਹੋਵੇ ਉਹਦੇ ਬਾਰੇ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ। ਕੋਈ ਵੀ ਅਗਰ ਡਾਊਟ ਹੋਵੇ ਉਹਦੇ ਬਾਰੇ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ। ਕਈ ਵਾਰ ਲਿਖਦੇ ਕੁਝ ਗਲਤ ਲਿਖ ਜਾਂਦੇ ਆ ਤਾਂ ਉਸ ਨੂੰ ਜਿਹੜਾ ਪੁੱਛ ਲਿਆ ਕਰੋ ਡਾਊਟ ਨੂੰ। ਉਸ ਤੋਂ ਬਾਅਦ ਅਗਰ ਗੱਲ ਕਰੀਏ ਰਾਜੇ ਵੀ ਹੁਣ ਸਾਡੇ ਕੋਲ ਜਿਹੜਾ ਆਹ ਫਾਰਮੂਲਾ ਹੈ ਇਹਦਾ ਯੂਜ਼ ਕਿੱਥੇ ਹੁੰਦਾ ਹੈ। ਅਗਰ ਅਸੀਂ ਗੱਲ ਕਰੀਏ 11c10 ਦੀ, ਠੀਕ ਹੈ ਜੀ, ਅਸੀਂ 11c10 ਫਾਈਂਡ ਆਊਟ ਕਰਨਾ ਹੈ। 11c10 ਫਾਈਂਡ ਆਊਟ ਕਰਨਾ ਹੈ ਤਾਂ ਆਹੀ ਜਿਹੜਾ 5th ਸ਼ਾਰਟਕਟ ਹੈ ਅਗਰ ਇੱਥੇ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ 5th ਸ਼ਾਰਟਕਟ ਕਹਿੰਦਾ ਹੈ ਵੀ ਤੁਸੀਂ ਉੱਪਰ ਨਿਊਮੀਨੇਟਰ ਨੂੰ 10 ਟਰਮਾਂ ਦੇ ਵਿੱਚ ਰਿਜ਼ੋਲਵ ਕਰ ਲਓ 11 ਤੋਂ ਸ਼ੁਰੂ ਹੋ ਕੇ, ਜੋ ਕਿ ਆਪਣੇ ਲਈ ਬਹੁਤ ਮੁਸ਼ਕਿਲ ਹੈ। ਅਤੇ ਨੀਚੇ ਵੀ ਜਿਹੜਾ 10 ਟਰਮਾਂ ਹੋਣੀ ਚਾਹੀਦੀਆਂ ਜੋ ਕਿ ਆਪਣੇ ਲਈ ਮੁਸ਼ਕਿਲ ਹੈ। ਤਾਂ ਫਿਰ ਇੱਥੇ ਜਿਹੜਾ ਹੈ ਆਪਣੇ ਕੋਲ 4th ਫਾਰਮੂਲਾ ਕੰਮ ਆਉਂਦਾ ਹੈ। ਕਹਿੰਦਾ ਜੇ NCS ਦੇ ਰੱਖਿਆ ਤਾਂ ਤੁਸੀਂ ਉਸ ਨੂੰ NCN-S ਲਿਖ ਸਕਦੇ ਹੋ। ਕਿਵੇਂ ਲਿਖ ਸਕਦੇ ਹਾਂ 11c10 ਨੂੰ ਅਸੀਂ ਲਿਖਾਂਗੇ ਕੀ ਲਿਖਾਂਗੇ 11c10 ਨੂੰ ਲਿਖਾਂਗੇ 11c11-10 ਤਾਂ ਆਪਣੇ ਕੋਲ ਕੀ ਬਣ ਗਿਆ 11c1 ਬਣ ਗਿਆ। ਹੁਣ ਤੁਸੀਂ ਦੇਖੋ ਵੀ ਆਹ 4th ਫਾਰਮੂਲਾ ਯੂਜ਼ ਕਰਕੇ ਅਸੀਂ ਕੀ ਬਣਾ ਲਿਆ ਉਹਨੂੰ S ਨੂੰ ਕੀ ਬਣਾ ਲਿਆ ਛੋਟਾ ਬਣਾ ਲਿਆ। ਤੇ S ਨੂੰ ਛੋਟਾ ਕਿਉਂ ਬਣਾਇਆ ਕਿਉਂਕਿ ਮੈਂ ਤੁਹਾਨੂੰ ਇੱਥੇ ਦੱਸਿਆ ਸੀ ਵੀ ਜਿੰਨਾ ਛੋਟਾ S ਹੋਊਗਾ ਉਨੀ ਆਪਣੇ ਕੋਲ ਈਜ਼ੀ ਹੋਊਗਾ ਨੰਬਰ ਆਫ ਟਰਮਸ ਨਿਊਮੀਨੇਟਰ ਤੇ ਡਿਨੋਮੀਨੇਟਰ ਦੇ ਵਿੱਚ ਲਿਖਣੀ ਆ। ਹੁਣ ਆਪਣੇ ਕੋਲ 11c10 ਦੀ ਵੈਲਿਊ ਜੋ ਹੈ ਉਹ ਬਰਾਬਰ ਕਿਹਦੇ ਆ 11c1 ਦੇ ਵੈਲਿਊ ਦੇ। ਜਿੰਨੀ ਵੈਲਿਊ 11c10 ਦੀ ਇਸ ਮੈਥਡ ਨਾਲ ਸੋਲਵ ਕਰਕੇ ਆਊਗੀ ਉਨੀ ਵੈਲਿਊ 11c1 ਦੀ ਆਊਗੀ। ਤਾਂ 11c1 ਵਾਸਤੇ ਅਸੀਂ ਕੀ ਕਰਾਂਗੇ ਸ਼ਾਰਟਕਟ 5th ਯੂਜ਼ ਕਰ ਸਕਦੇ ਹਾਂ ਜੋ ਕਿ ਸਾਡੇ ਕੋਲ ਕਿੰਨਾ ਆ ਗਿਆ 11 ਕਿਉਂਕਿ ਇੱਕ ਟਰਮ ਹੀ ਤੱਕ ਐਕਸਪੈਂਡ ਕਰਨਾ ਉਹਨੂੰ ਫੈਕਟੋਰੀਅਲ ਨੂੰ ਤਾਂ 11 ਆ ਜੂ ਨੀਚੇ ਵੀ ਇੱਕ ਟਰਮ ਲਿਖਣੀ ਹੈ ਤਾਂ ਆਨਸਰ ਤੁਸੀਂ ਦੇਖੋ 11 ਆ ਗਿਆ। ਪਰ ਜੇ ਤੁਸੀਂ ਇਸ ਮੈਥਡ ਨਾਲ ਸੋਲਵ ਕਰੋਗੇ ਤਾਂ ਬਹੁਤ ਮੁਸ਼ਕਿਲ ਹੈ। ਤਾਂ ਰਾਜੇ ਇੱਕ ਚੀਜ਼ ਦਾ ਧਿਆਨ ਰੱਖਣਾ ਹਮੇਸ਼ਾ ਵੀ ਜਿਹੜੇ ਇਹ ਸ਼ਾਰਟਕਟਸ ਨੇ ਇਹ ਪਰਟੀਕੂਲਰ ਕੁਐਸਚਨਸ ਦੇ ਉੱਪਰ ਪਰਟੀਕੂਲਰ ਸਾਡੇ ਕੇਸ ਦੇ ਉੱਪਰ ਲੱਗਦੇ ਨੇ, ਠੀਕ ਹੈ ਜੀ। ਹੁਣ ਮੰਨ ਲਓ ਇੱਥੇ ਆਪਣੇ ਕੋਲ 11c2 ਹੁੰਦਾ 11c2 ਦੀ ਵੈਲਿਊ ਫਾਈਂਡ ਆਊਟ ਕਰਨੀ ਹੁੰਦੀ, ਠੀਕ ਹੈ ਜੀ। ਅਤੇ ਸਾਨੂੰ ਤੁਸੀਂ ਕੀ ਕੀਤਾ ਸਭ ਤੋਂ ਪਹਿਲਾਂ ਦੇਖਿਆ ਹੈ ਨਹੀਂਗਾ ਤੁਸੀਂ ਕੀ ਕੀਤਾ ਆਹ 4th ਜਿਹੜਾ ਫਾਰਮੂਲਾ ਅਪਲਾਈ ਕਰ ਦਿੱਤਾ 4th ਜਿਹੜਾ ਸ਼ਾਰਟਕਟ ਅਪਲਾਈ ਕਰਤਾ। ਤਾਂ ਤੁਸੀਂ ਕਿਹਾ ਵੀ 11c2 ਹੈ ਮਤਲਬ NCS ਹੈ ਇਹਨੂੰ ਮੈਂ ਲਿਖ ਸਕਦਾ 11c11-2 ਤਾਂ ਇਹ ਬਣ ਗਿਆ 11c9। ਹੁਣ ਤੁਸੀਂ ਦੇਖੋ ਨਿਊਮੀਨੇਟਰ ਦੇ ਵਿੱਚ ਵੀ 9 ਟਰਮਾਂ ਲਿਖਣੀਆਂ ਅਤੇ ਡਿਨੋਮੀਨੇਟਰ ਦੇ ਵਿੱਚ ਵੀ 9 ਟਰਮਾਂ ਲਿਖਣੀਆਂ ਜੋ ਕਿ ਮੁਸ਼ਕਿਲ ਬਣਾ ਲਿਆ। ਅਤੇ ਜਦ ਕਿ ਅਸੀਂ ਇਸੇ ਤਰ੍ਹਾਂ ਇਹਨੂੰ ਸੋਲਵ ਕਰ ਦਿੰਦੇ ਫਾਰਮੂਲਾ 5th ਲਗਾ ਦਿੰਦੇ ਤਾਂ ਸਾਡੇ ਕੋਲ 11 × 10/2 × 1 ਆ ਜਾਣਾ ਸੀ। ਤਾਂ ਕਿੰਨਾ ਆਸਾਨ ਸੀਗਾ ਸਾਡੇ ਕੋਲ ਆਨਸਰ ਫਾਈਂਡ ਆਊਟ ਕਰਨਾ। ਤਾਂ ਇਹ ਕੁਝ ਬੇਸਿਕਸ ਸੀਗੇ ਕੰਬੀਨੇਸ਼ਨ ਦੇ ਫਾਰਮੂਲੇ ਸੀਗੇ ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਕੁਐਸਚਨਸ ਨੂੰ ਯੂਜ਼ ਬਾਇਨੋਮੀਅਲ ਐਕਸਪੈਂਸ਼ਨ ਨੂੰ ਸੋਲਵ ਕਰ ਸਕਦੇ ਹੋ। ਐਗਜ਼ਾਮਪਲ ਦੇਖ ਲੈਂਦੇ ਸਭ ਤੋਂ ਪਹਿਲਾਂ ਕਹਿੰਦੇ ਨੰਬਰ ਆਫ ਟਰਮਸ ਇਨ ਦਾ ਐਕਸਪੈਂਸ਼ਨ x + y ਦੀ ਪਾਵਰ 12 ਕਿੰਨੀਆਂ ਹੋਣਗੀਆਂ।
ਅਸੀਂ ਕਿਹਾ ਸੀ ਵੀ x+y ਦੀ ਪਾਵਰ n ਦੀ ਐਕਸਪੈਂਸ਼ਨਸ ਦੇ ਵਿੱਚ ਸਾਡੇ ਕੋਲ n+1 ਟਰਮਸ ਨੇ, ਤਾਂ ਸਾਡੇ ਕੋਲ ਆਨਸਰ ਕਿੰਨਾ ਆ ਜਾਊਗਾ 13th ਆ ਜਾਊਗਾ। ਬੀ ਆਪਸ਼ਨ ਆ ਗਿਆ, 13 ਟਰਮਸ ਨੇ ਟੋਟਲ। ਤਾਂ ਅਗਲੀ ਐਗਜ਼ਾਮਪਲ ਦੇਖਦੇ ਹਾਂ ਰਾਜੇ। ਇਨ ਦ ਐਕਸਪੈਂਸ਼ਨ ਆਫ x+y ਦੀ ਪਾਵਰ 6 the sum of the powers of x and y in each term is equal to, ਹਰ ਇੱਕ ਟਰਮ ਦੇ ਵਿੱਚ ਅਗਰ ਅਸੀਂ x+y ਦੀ ਪਾਵਰ 6 ਦੀ ਐਕਸਪੈਂਸ਼ਨ ਕਰੀਏ ਤਾਂ ਹਰ ਇੱਕ ਟਰਮ ਦੇ ਵਿੱਚ x ਤੇ y ਦੀ ਪਾਵਰ ਦਾ ਸਮ ਕਿੰਨਾ ਆਊਗਾ, ਤਾਂ ਉਹ ਬਰਾਬਰ ਕਾਹਦੇ ਹੁੰਦਾ, n ਦੇ ਬਰਾਬਰ ਹੁੰਦਾ। n ਕਿੰਨਾ ਹੈ 6, ਤਾਂ ਦੇਖਣ ਦੀ ਜ਼ਰੂਰਤ ਨਹੀਂ, ਆਪਸ਼ਨ A। ਤਾਂ ਇਹ ਤਾਂ ਸੀਗਾ ਰਾਜੇ ਅੱਜ ਦਾ ਲੈਕਚਰ ਸਾਡੇ ਕੋਲ, ਜੋ ਕਿ ਸਾਡਾ ਇੰਟਰੋਡਕਟਰੀ ਪਾਰਟ ਸੀ, ਇੰਟਰੋਡਕਸ਼ਨ ਸੀਗੀ, ਥੋੜ੍ਹਾ ਜਿਹਾ ਬੇਸਿਕ ਸੀਗਾ, ਕਿਸ ਤਰ੍ਹਾਂ ਨੰਬਰ ਆਫ ਟਰਮਸ ਫਾਈਂਡ ਆਊਟ ਕਰਨੀਆਂ ਨੇ, ਕੀ ਆਬਜ਼ਰਵੇਸ਼ਨ ਸੀਗੀਆਂ, ਕੀ ਪਾਸਕਲ ਟ੍ਰਾਇੰਗਲ ਦੀ ਵਰਤੋਂ ਕੀਤੀ ਗਈ, ਤੇ ਸਾਡੇ ਕੋਲ ਕੀ ਡਰੋਬੈਕ ਸੀਗੇ ਪਾਸਕਲ ਟ੍ਰਾਇੰਗਲ ਤੇ ਆਬਜ਼ਰਵੇਸ਼ਨਸ ਦੇ। ਫਿਰ ਅਸੀਂ ਬਾਇਨੋਮੀਅਲ ਥਿਓਰਮ ਨੂੰ ਇੰਟਰੋਡਿਊਸ ਕੀਤਾ। ਬਾਇਨੋਮੀਅਲ ਥਿਓਰਮ ਦੇ ਨਾਲ ਅਸੀਂ ਐਕਸਪੈਂਡ ਕਰ ਪਾਏ ਹਰ ਇੱਕ ਐਕਸਪੈਂਸ਼ਨ ਨੂੰ, ਹਰ ਇੱਕ ਪਾਵਰ ਜਿਹੜੀ ਕਿ n ਹੈ ਆਪਣੇ ਕੋਲ ਪੋਜ਼ੀਟਿਵ ਇੰਟੀਜਰ ਜਾਂ ਫਿਰ ਨੈਚੁਰਲ ਨੰਬਰ। ਫਿਰ ਉਸ ਤੋਂ ਅਸੀਂ ਕੁਝ ਐਗਜ਼ਾਮਪਲਸ ਵੀ ਦੇਖੀਆਂ। ਜਿਹੜਾ ਨੈਕਸਟ ਲੈਕਚਰ ਹੋਊਗਾ ਰਾਜੇ ਉਹ ਕੀ ਹੋਊਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ, ਜਿਸ 'ਚ ਅਸੀਂ ਪਾਰਟੀਕੂਲਰ ਕੇਸ ਡਿਸਕਸ ਕਰਾਂਗੇ ਅਤੇ ਇਹਦੇ ਵਿੱਚੋਂ ਜਿਹੜੇ ਕੁਐਸਚਨਸ ਆਉਣਗੇ, ਜਿਵੇਂ ਕਿ ਸਾਡੀ ਜਨਰਲ ਟਰਮ ਹੈ, ਜਨਰਲ ਟਰਮ ਜਿਹੜੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਾਇਨੋਮੀਅਲ ਥਿਓਰਮ ਦੇ ਵਿੱਚ, ਉਹਦੇ ਨਾਲ ਹੀ ਸਾਰੇ ਕੁਐਸਚਨ ਜਿਹੜੇ ਸੋਲਵ ਆਊਟ ਹੋਣਗੇ। ਤਾਂ ਤੁਸੀਂ ਜਿਹੜਾ ਨੈਕਸਟ ਲੈਕਚਰ ਹੈ ਉਹਨੂੰ ਮਿਸ ਕਰਨਾ ਹੀ ਨਹੀਂ। ਇਹ ਜਿਹੜਾ ਲੈਕਚਰ ਹੈ ਇਹ ਬੇਸ ਹੈ, ਇਹਦੇ ਨਾਲ ਤੁਹਾਡਾ ਜਿਹੜਾ ਸਾਰਾ ਬੇਸ ਕਵਰ ਹੋ ਜਾਊਗਾ ਬਾਇਨੋਮੀਅਲ ਥਿਓਰਮ ਦਾ ਜਾਂ ਫਿਰ ਬਾਇਨੋਮੀਅਲ ਐਕਸਪੈਂਸ਼ਨ ਦਾ। ਤਾਂ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।